ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਲੰਘੀ ਸ਼ਾਮ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਸੀ, ਜਿੱਥੇ ਐਸਕੇ ਅਸਥਾਨਾ ਦੀ ਉਹ ਨੋਟਿੰਗ ਲੀਕ ਹੋ ਗਈ, ਜਿਹਦੇ ਵਿੱਚ ਉਹਨਾਂ ਨੇ ਬਿਕਰਮ ਮਜੀਠੀਆ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਸਵਾਲਾਂ ਦੇ ਘੇਰੇ 'ਚ ਲੈਂਦਾ ਹੈ। ਤੇ ਦੂਜੇ ਬੰਨੇ ਇਹ ਵੀ ਸਵਾਲ ਖੜੇ ਕਰਤੇ ਆ ਕਿ ਕੀ ਸਿਰਫ ਤੇ ਸਿਰਫ ਬਿਕਰਮ ਮਜੀਠੀਆ ਨੂੰ ਹੀ ਟਾਰਗੇਟ ਕਰਕੇ ਨਸ਼ਿਆਂ ਦੇ ਉੱਤੇ ਅੱਗੇ ਗੱਲ ਵਧਾਈ ਜਾ ਰਹੀ ਆ, ਕਿਉਂਕਿ ਮਾਣਯੋਗ ਉੱਚ ਅਦਾਲਤ ਵਿੱਚ ਜਿਹੜੇ ਮਾਮਲੇ ਨੇ ਉੱਥੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ। ਬਹੁਤ ਅਹਿਮ ਸਵਾਲ ਆ ਕਿ ਜਦੋਂ ਐਸਕੇ ਅਸਥਾਨਾ ਇੱਕ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੁੰਦੇ ਆ ਔਰ ਉਹਨਾਂ ਦੀ ਫੋਟੋ ਉੱਥੋਂ ਨਿਕਲ ਕੇ ਆਉਂਦੀ ਆ ਜਿਵੇਂ ਉਹ ਕਾਫੀ ਸੀਰੀਅਸ ਹੋਣ, ਤਾਂ ਉਸੇ ਵੇਲੇ ਹੀ ਇਹ ਪੱਤਰ ਲੀਕ ਹੁੰਦਾ ਜਿਹੜਾ ਸਾਡੇ ਕੋਲ ਮੌਜੂਦ ਆ। ਇਹ ਪੱਤਰ ਕਿੱਥੋਂ ਪਹਿਲੀ ਵਾਰੀ ਲੀਕ ਹੁੰਦਾ, ਇਹ ਵੀ ਸਵਾਲ ਬਣਦਾ ਕਿ ਸਰਕਾਰੀ ਧਿਰ ਲੀਕ ਕਰ ਰਹੀ ਆ ਜਾਂ ਜਿਹੜੇ ਟਾਰਗੇਟ ਤੇ ਨੇ ਉਹਨਾਂ ਵੱਲੋਂ ਲੀਕ ਕੀਤਾ ਗਿਆ ਜਾਂ ਕਿਸੇ ਪੁਲਿਸ ਅਫਸਰ ਨੇ ਆਪਣੀ ਵਫਾਦਾਰੀ ਜ਼ਾਹਰ ਕੀਤੀ ਆ। ਬਹੁਤ ਸਾਰੇ ਸਵਾਲ ਨੇ, ਲੇਕਿਨ ਇਸੇ ਦੌਰਾਨ ਚ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਸ਼ਿਤ ਕਰਤਾ ਹੈ ਕਾਂਗਰਸ ਨੇ। ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾਤਾ ਗਿਆ, ਅਸਿੱਧੇ ਰੂਪ ਚ ਇਹ ਮੰਨ ਲੈਣਾ ਚਾਹੀਦਾ ਹੈ। ਔਰ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਸਿਰਫ ਰਾਜੇਵਾਲ ਸਾਹਿਬ ਤੱਕ ਸੀਮਤ ਹੋ ਗਈਆਂ ਨੇ। ਲੇਕਿਨ ਜੇਕਰ ਤੁਸੀਂ ਅਕਾਲੀ ਦਲ ਦੀ ਅੱਜ ਦੀ ਰੈਲੀ ਨੂੰ ਵਿਸਾਰੋਗੇ ਤਾਂ ਚੰਗਾ ਨਹੀਂ ਲੱਗੇਗਾ। ਅਕਾਲੀ ਦਲ ਕਿੱਲੀ ਚਾਲਾਂ ਦੇ ਵਿੱਚ ਵੱਡਾ ਇਕੱਠ ਕਰਕੇ ਆਪਣੀ ਤਾਕਤ ਦਿਖਾਊਗਾ, ਲੇਕਿਨ ਜੇ ਉੱਥੇ ਮਾਇਆਵਤੀ ਹਾਜ਼ਰ ਨਹੀਂ ਹੁੰਦੇ ਜਾਂ ਉਹਨਾਂ ਦੀ ਕੋਈ ਵੀਡੀਓ ਰਿਕਾਰਡਿੰਗ ਨਾਲ ਹੀ ਸਾਰਿਆ ਜਾਂਦਾ ਤਾਂ ਸਵਾਲ ਇਹ ਵੀ ਉੱਠੂ ਕਿ ਇਹਨਾਂ ਰੈਲੀਆਂ 'ਚ ਕਦੇ ਐਲ ਕੇ ਅਡਵਾਨੀ ਔਰ ਅਟਲ ਬਿਹਾਰੀ ਵਾਜਪੇਈ ਮੰਚ ਦੇ ਉੱਤੇ ਸ਼ਾਨ ਬਣਦੇ ਰਹੇ ਨੇ, ਪ੍ਰਧਾਨ ਮੰਤਰੀ ਹੁੰਦਿਆਂ ਵੀ ਔਰ ਦੇਸ਼ ਦੇ ਵੱਡੇ ਅਹੁਦਿਆਂ ਤੇ ਰਹਿੰਦਿਆਂ ਵੀ। ਕੀ ਮਾਇਆਵਤੀ ਦਾ ਕੱਦ ਉਹਨਾਂ ਤੋਂ ਵੱਡਾ ਹੈ ਜਾਂ ਅਕਾਲੀ ਦਲ ਦਾ ਕੱਦ ਛੋਟਾ ਆਂਕ ਲਿਆ ਗਿਆ? ਤੇ ਫਿਰ ਇਹ ਰਿਸ਼ਤੇ ਅੱਗੇ ਕਦੋਂ ਤੱਕ ਨਿਭ ਸਕਣਗੇ ਕਿ ਚੋਣ ਦੇ ਵਿੱਚ ਪਹੁੰਚਦਿਆਂ ਦੰਗਲ 'ਚ ਪਹੁੰਚਦਿਆਂ ਇਹ ਰਿਸ਼ਤੇ ਗਲਵੱਕੜੀ ਵਾਲੇ, ਹੱਥ ਘੁੱਟਣੀ ਵਾਲੇ ਰਹਿ ਜਾਣਗੇ ਜਾਂ ਨਹੀਂ? ਲੇਕਿਨ ਜਦੋਂ ਤੁਸੀਂ ਸਵਾਲ ਖੜਾ ਕਰੋਗੇ ਸੀਬੀਐਸਈ ਦੀ ਪ੍ਰੀਖਿਆ 'ਚ 10ਵੀਂ ਦੇ ਮਾਮਲੇ 'ਚ ਕਿਸੇ ਪ੍ਰਸ਼ਨ ਪੱਤਰ ਦਾ, ਸੋਨੀਆ ਗਾਂਧੀ ਕਿਸੇ ਮਸਲੇ ਨੂੰ ਉਠਾ ਰਹੇ ਨੇ, ਉਹਦੀ ਸੰਜੀਦਗੀ ਦੇਖਣੀ ਤਾਂ ਬਣਦੀ ਆ। ਜੇ ਨੈਸ਼ਨਲ ਇਸ਼ੂ ਨੂੰ ਬਣਾਇਆ ਗਿਆ ਜਿਹਦੇ 'ਚ ਸੀਬੀਐਸਈ ਮਾਫੀ ਮੰਗਦੀ ਆ, ਇਹਦੇ ਉੱਤੇ ਮਨਪ੍ਰੀਤ ਜੀ ਤੋਂ ਵਿਸਥਾਰ ਲਵਾਂਗੇ। ਲੇਕਿਨ ਜੇ ਸਾਰੀ ਸਿਆਸਤ ਨੂੰ ਪਾਸੇ ਰੱਖ ਲਈਏ ਤੇ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜਾ ਕਿ ਬਹੁਤ ਭਾਵੁਕ ਮੁੱਦਾ ਹੈ, ਅੱਜ ਫਿਰ ਐਸਆਈਟੀ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਦੇ ਵਿੱਚ ਸੁਨਾਰੀਆ ਜੇਲ੍ਹ 'ਚ ਪੁੱਛਗਿੱਛ ਕਰ ਸਕਦੀ ਆ ਕਿ ਡੇਰੇ ਦੇ ਹੈੱਡਕੁਆਟਰ ਤੋਂ ਕੋਈ ਐਸੇ ਸਬੂਤ ਮਿਲੇ ਨੇ ਜਿਨ੍ਹਾਂ ਨੂੰ ਫਰਦਰ ਇਨਵੈਸਟੀਗੇਟ ਕਰਨਗੇ ਇਹ ਲੋਕ। ਸਾਹਮਣੇ ਆਉਣਾ ਬਣਦਾ ਹੈ ਸਾਰਾ ਸੱਚ। ਇੱਕ ਅੱਧ ਖਬਰ ਹੋਰ ਜਿਹੜੀ ਮੈਂ ਭੁੱਲ ਗਿਆ, ਬਾਅਦ ਚ ਲੈਨੇ ਆ, ਪਰ ਮੈਨੂੰ ਸਭ ਤੋਂ ਜ਼ਿਆਦਾ ਚੁਕਾ ਦੇਣ ਵਾਲੀ ਗੱਲ ਜਿਹਨੇ ਬਹੁਤ ਹੈਰਾਨ ਕਰਤਾ ਹੈ ਕਿ ਦੇਰ ਸ਼ਾਮ ਨੂੰ ਲਗਭਗ 10 ਵਜੇ ਦੇ ਕਰੀਬ ਇੱਕ ਚਿੱਠੀ, ਉਹ ਨੋਟਿੰਗ ਜਿਹੜੀ ਐਸਕੇ ਅਸਥਾਨਾ ਨੇ ਸ਼ਾਇਦ ਆਪਣੇ ਡੀਜੀਪੀ ਨੂੰ ਲਿਖੀ ਹੋਊਗੀ, ਉਹਦੇ 4 ਪੇਜ ਨੇ ਜਿਹਦੇ ਵਿੱਚ ਵੱਡੇ ਸਵਾਲ ਨੇ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ ਕਿ ਮੇਰਾ ਇਹ ਮੰਨਣਾ ਹੈ ਕਿ ਜੇ ਇਹਨੂੰ ਅੱਗੇ ਇਨਵੈਸਟੀਗੇਟ ਕਰਨਾ ਹੈ ਤਾਂ ਇਹ ਮੁੱਦੇ ਧਿਆਨ 'ਚ ਰੱਖ ਲੈਣੇ ਚਾਹੀਦੇ। 7 ਪੁਆਇੰਟ ਉਠਾਏ ਨੇ, 7 ਪੁਆਇੰਟਾਂ ਦੇ ਵਿੱਚ ਬਹੁਤ ਗੱਲਾਂ ਕਹਿਤੀਆਂ ਗਈਆਂ ਨੇ, ਸਰਕਾਰ ਕਟਹਿਰੇ 'ਚ ਆ, ਲੇਕਿਨ ਕਿਸੇ ਵੀ ਧਿਰ ਨੂੰ ਇਹਦਾ ਬੈਨੀਫਿਟ ਹੁੰਦਾ ਦਿਸਦਾ ਨਹੀਂ, ਸਾਰੇ ਹੀ ਕਟਹਿਰੇ 'ਚ ਆ ਗਿਆ। ਸੋ ਮਨਪ੍ਰੀਤ ਜੀ, ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਂਦੇ ਆ ਵੀ ਐਸਕੇ ਅਸਥਾਨਾ ਦਾ ਉਹ ਨੋਟਿੰਗ ਜਿਹੜਾ ਹੈਗਾ ਉਹਨੂੰ ਕਿੱਦਾਂ ਆਪਾਂ ਡਿਸਕ੍ਰਾਈਬ ਕਰੀਏ, ਉਹਨੂੰ ਕਿਵੇਂ ਸਮਝੀਏ? ਇਹ ਕਿਹੜੀ ਧਿਰ ਨੂੰ ਫਾਇਦਾ ਪਹੁੰਚਾਉਂਦਾ ਹੈ ਜਾਂ ਇਹ ਕੀ ਨੰਗ ਨੰਗੇ ਕਰਦਾ ਹੈ? ਜੀ ਰੰਧਾਵਾ ਜੀ, ਤੁਸੀਂ ਦੇਖੋ, ਆਪਾਂ ਇਸ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਵੀ ਇਸ ਬਾਰੇ ਗੱਲ ਕਰ ਰਹੇ ਸੀ। ਕਈ ਵਾਰੀ ਆਪਾਂ ਇਹ ਗੱਲ ਕਰਦੇ ਇਹ ਵੀ ਸੀ ਕਿ ਇਸ ਨੋਟਿੰਗ ਦੀ ਜਿਹੜੀ ਇਹ ਲੀਕ ਕੀਤੀ ਗਈ ਆ, ਕਰਵਾਈ ਗਈ ਆ, ਕਿਹੜੇ ਸਵਾਰਥ ਦੇ ਪਿੱਛੇ ਆ, ਕਿਹੜੇ ਹਿੱਤੇ ਦੇ ਪਿੱਛੇ ਆ, ਇਹਨਾਂ ਸਾਰਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ, ਇਹ ਜਿਹੜੀ ਨੋਟਿੰਗ ਆ ਇਹ 11 ਦਸੰਬਰ ਦੀ ਹੈ। ਨੋਟਿੰਗ ਤੇ ਆਪਣੇ ਹਸਤਾਖਰ ਜਾਂ ਆਪਣੇ ਦਸਤਖਤ ਕਰਨ ਤੋਂ ਬਾਅਦ ਅਚਾਨਕ ਬਿਮਾਰ ਹੋ ਜਾਂਦੇ ਨੇ ਤੇ ਹੁਣ ਤਾਂ ਪਤਾ ਲੱਗਾ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਤੀਸ਼ ਕੁਮਾਰ ਅਸਥਾਨਾ, ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ, ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਤੇ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਹਜੇ ਥੋੜਾ ਸਮਾਂ ਲੱਗੂਗਾ। ਲੇਕਿਨ ਗੱਲ ਆਪਾਂ ਆਉਂਦੇ ਇਸ ਬੇਸਿਕ ਨੋਟਿੰਗ ਤੇ। ਪਹਿਲੀ ਗੱਲ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਕੀ ਇਹ ਅਧਿਕਾਰਿਕ ਆ, ਕੀ ਇਹ ਰਸਮੀ ਆ, ਕੀ ਇਹ ਅਫੀਸ਼ੀਅਲ ਆ, ਕਿੱਥੋਂ ਇਹ ਜਾਰੀ ਹੋਈ ਆ ਔਰ ਕਿਸ ਤਰ੍ਹਾਂ ਲੀਕ ਹੋਈ ਆ? ਹਾਂ, ਹੁਣ ਉਹਨਾਂ ਤੇ ਆਉਂਦੇ ਜਿਹੜੇ ਉਹਨਾਂ ਨੇ ਖਦਸ਼ੇ ਜ਼ਾਹਿਰ ਕੀਤੇ ਆ।
ਦੇਖੋ ਉਹਨਾਂ ਨੇ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਸੀ, ਜਦੋਂ ਆਪਾਂ ਇਸ ਬਾਰੇ ਗੱਲ ਕਰ ਰਹੇ ਸੀ, 7 ਵੱਡੇ ਪੁਆਇੰਟਸ ਉਹਨਾਂ ਨੇ ਰੱਖੇ ਆ, ਜੋ ਮੈਨੂੰ ਇਹ ਲੱਗਦੇ ਆ ਕਿ ਉਹਨਾਂ ਨੇ ਸਭ ਤੋਂ ਵੱਡੀ ਇਹ ਗੱਲ ਕਹੀ ਆ ਕਿ ਦੇਖੋ, ਇਹ ਮਾਮਲੇ ਦੇ ਵਿੱਚ ਜੇ ਅਸੀਂ ਅੱਗੇ ਵਧਣਾ ਜਾਂ ਜਾਂਚ ਨੂੰ ਅੱਗੇ ਵਧਾਉਣਾ, ਤੇ ਸਾਨੂੰ ਮਾਨਯੋਗ ਅਦਾਲਤ ਜਾਂ ਜਿਹੜਾ ਸੁਪੀਰੀਅਰ ਕੋਰਟ ਆ ਉਸ ਤੋਂ ਹਦਾਇਤਾਂ ਲੈਣੀਆਂ ਪੈਣੀਆਂ, ਫੇਰ ਹੀ ਆਪਾਂ ਅੱਗੇ ਜਾਂਚ ਕਰ ਸਕਦੇ ਹਾਂ। ਉਸ ਤੋਂ ਬਗੈਰ ਆਪਾਂ ਜਾਂਚ ਨਹੀਂ ਕਰ ਸਕਦੇ, ਚਾਹੇ ਉਹ ਬਿਕਰਮ ਸਿੰਘ ਮਜੀਠੀਆ ਹੋਵੇ ਜਾਂ ਤਮਾਮ ਉਹਨਾਂ ਨੇ ਨਾਂ ਵਿੱਚ ਉਹਨਾਂ ਦੇ ਲਿਖੇ ਆ। ਦੂਸਰੀ ਗੱਲ ਜਿਹੜੀ ਉਹਨਾਂ ਨੇ ਬੜੀ ਅਹਿਮ ਕਹੀ ਆ, ਉਹ ਕਹਿੰਦੇ ਜਿਹੜੇ ਹਰਪ੍ਰੀਤ ਸਿੰਘ ਸਿੱਧੂ ਨੇ, STF ਦੇ ਹੈਡ, ਸਪੈਸ਼ਲ ਟਾਸਕ ਫੋਰਸ ਦੇ ਹੈਡ, ਇਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਨਜ਼ਦੀਕੀ ਸਬੰਧ ਆ ਉਹ ਬਿਕਰਮ ਸਿੰਘ ਮਜੀਠੀਆ ਹੋਣਾ ਦੇ ਪਰਿਵਾਰ ਦੇ ਨਾਲ ਆ। ਇਸ ਕਰਕੇ ਇਹਨਾਂ ਨੂੰ ਤਾਂ ਇਸ ਕੇਸ ਦੀ ਇਨਵੈਸਟੀਗੇਸ਼ਨ ਹੀ ਨਹੀਂ ਸੀ ਕਰਨੀ ਚਾਹੀਦੀ। ਬੜੀ ਕਮਾਲ ਦੀ ਗੱਲ ਆ। ਅੱਜ ਸਨ 2018 ਤੋਂ ਬਾਅਦ ਸਾਨੂੰ ਅੱਜ ਸਨ 2021 ਜਦੋਂ ਖਤਮ ਹੋਣ ਲੱਗਾ, ਉਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਸਰਕਾਰੇ ਦਰਬਾਰੇ ਕਿਸੇ ਨੂੰ ਨਹੀਂ ਸੀ ਗੱਲ ਪਤਾ। ਔਰ ਤੀਸਰੀ ਅਹਿਮ ਗੱਲ ਰੰਧਾਵਾ ਜੀ, ਮੈਂ ਤੁਹਾਨੂੰ ਇਹ ਦੱਸਾਂ ਕਿ ਪਿਛਲੇ ਦਿਨਾਂ ਦੇ ਵਿੱਚ 6, 7, 8 ਤੇ 9 ਦਸੰਬਰ ਨੂੰ ਲਗਾਤਾਰ ਸੁਣਵਾਈ ਦੇ ਵਿੱਚ ਜਦੋਂ ਹਾਈ ਕੋਰਟ ਦੇ ਮਾਨਯੋਗ ਜੱਜ AJ ਮਸੀਹ, ਜਸਟਿਸ AJ ਮਸੀਹ, ਤੇ ਉਸ ਤੋਂ ਬਾਅਦ ਜਿਹੜੇ ਜਸਟਿਸ ਸੰਦੀਪ ਮੌਡਗਿਲ, ਇਹ ਲਗਾਤਾਰ ਸਰਕਾਰ ਉੱਤੇ ਸਵਾਲ ਖੜੇ ਕਰਦੇ ਕਿ ਭਾਈ ਤੁਸੀਂ ਸੁੱਤੇ ਰਹੇ, ਤੁਸੀਂ ਜਾਂਚ ਅੱਗੇ ਕਿਉਂ ਨਹੀਂ ਵਧਾਈ, ਤੁਹਾਨੂੰ ਕਿਹਨੇ ਰੋਕਿਆ ਸੀ। ਸਾਨੂੰ ਉਹ ਗੱਲਾਂ ਯਾਦ ਆਈਆਂ। ਔਰ ਇੱਥੋਂ ਦੇ ਮੰਨੇ ਪ੍ਰਮੰਨੇ, ਔਰ ਖਾਸ ਤੌਰ ਤੇ ਜਿਹੜੇ ਸਾਡੇ ਐਡਵੋਕੇਟ ਜਨਰਲ ਹੋਣ, DS ਪਟਵਾਲੀਆ, ਤੇ ਨਾਲ ਹੀ ਦੁਸ਼ੰਤ ਦਵੇ, ਸੁਪਰੀਮ ਕੋਰਟ ਦੇ ਸੀਨੀਅਰ ਤੇ ਮੰਨੇ ਪ੍ਰਮੰਨੇ ਜਿਹੜੇ ਵਕੀਲ ਆ, ਉਹ ਕਹਿੰਦੇ ਹਾਂਜੀ ਸਾਡੇ ਤੋਂ ਅਸੀਂ ਸੁਸਤ ਰਹੇ, ਸਾਡੇ ਤੋਂ ਗਲਤੀ ਹੋਈ, ਅਸੀਂ ਸੁੱਤੀ ਰਹੀ ਸਰਕਾਰ, ਹੁਣ ਅਸੀਂ ਜਾਂਚ ਕਰਾਂਗੇ, ਸਾਨੂੰ ਹੁਣ ਕੋਈ ਇਸ ਗੱਲ ਦੀ ਸਾਨੂੰ ਕਲੀਅਰ ਇੰਸਟਰਕਸ਼ਨਸ ਮਿਲ ਗਈਆਂ। ਦੂਸਰੀ ਮੈਨੂੰ ਯਾਦ ਆਉਂਦੀ ਹੈ ਫੇਰ ਅੱਜ, ਕਿਉਂਕਿ ਮਾਮਲਾ ਹੈ ਥੋੜਾ ਜਿਹਾ ਵਿਸਤਾਰ ਨਾਲ ਦੱਸਣਾ ਪਊਗਾ, ਅਨੁਰਾਗ ਅਗਰਵਾਲ ਦੀਆਂ ਉਹ ਚਿੱਠੀਆਂ ਜਿਹੜੀਆਂ ਲਗਾਤਾਰ ਉਹਨਾਂ ਨੇ 3 ਚਿੱਠੀਆਂ ਲਿਖੀਆਂ ਹਰਪ੍ਰੀਤ ਸਿੰਘ ਸਿੱਧੂ ਨੂੰ, ਜਦੋਂ ਉਹ ਬਤੌਰ ਹੋਮ ਸੈਕਟਰੀ ਸੀ, ਐਡੀਸ਼ਨਲ ਚੀਫ ਸੈਕਟਰੀ ਦਾ ਉਹਨਾਂ ਦਾ ਅਹੁਦਾ ਸੀ, ਬੜੇ ਸੀਨੀਅਰ ਅਹੁਦੇ ਤੇ ਸੀ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਹਜੇ ਤੱਕ ਵੱਡੀ ਮੱਛੀ ਫੜੀ ਨਹੀਂ, ਤੁਹਾਨੂੰ ਕਿਹਨੇ ਜਾਂਚ ਤੋਂ ਰੋਕਿਆ। ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਬੜੀ ਹੈਰਾਨੀ ਹੁੰਦੀ ਆ ਕਿ ਸਤੀਸ਼ ਕੁਮਾਰ ਅਸਥਾਨਾ ਬਤੌਰ ਡਾਇਰੈਕਟਰ BOI, ਬਿਊਰੋ ਆਫ ਇਨਵੈਸਟੀਗੇਸ਼ਨ, ਦੇ ਏਦਾਂ ਦੀਆਂ ਗੱਲਾਂ ਕਰਦੇ ਆ, ਏਦਾਂ ਦੇ ਸਵਾਲ ਉਠਾਉਂਦੇ ਆ। ਤੇ ਇਸ ਦੇ ਨਾਲ ਹੀ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਦੀ ਉਸ 3 ਮੈਂਬਰੀ ਜਿਹੜੀ ਕਮੇਟੀ ਆ, ਹਾਈ ਲੈਵਲ ਦੀ ਕਮੇਟੀ, ਉਸ ਦੀ ਵੀ ਗੱਲ ਕਰਾਂਗੇ, ਜਿਹਦੀ ਹਜੇ ਤੱਕ ਸਾਨੂੰ ਪਤਾ ਨਹੀਂ ਕੀ ਰਿਪੋਰਟ ਆਈ ਆ। ਇਹਨਾਂ ਸਾਰਿਆਂ ਨੂੰ ਜੇ ਆਪਾਂ ਇਕੱਠਾ ਕਰ ਲਈਏ ਤੇ ਮੈਨੂੰ ਲੱਗਦਾ ਜਾਂ ਤਾਂ ਕੁਝ ਲੋਕ, ਜਾਂ ਸਰਕਾਰ ਹੋਗੀ, ਜਾਂ ਜਿਹੜੇ ਲੋਕਾਂ ਦੇ ਨਾਂ ਆਏ ਆ ਉਹ ਹੋ ਗਏ, ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੁਝ ਧਿਰਾਂ ਨੇ ਇਸ ਨਾਲ ਮਿਲੀਆਂ, ਉਹ ਸ਼ਾਇਦ ਲੋਕਾਂ ਨੂੰ ਇੱਕ ਵਾਰੀ ਫੇਰ ਬੇਵਕੂਫ ਬਣਾ ਰਹੇ ਆ। ਇਹ ਜਿਹੜੀਆਂ ਗੱਲਾਂ ਹੁਣ ਸਤੀਸ਼ ਕੁਮਾਰ ਅਸਥਾਨਾ ਨੇ ਕਹੀਆਂ ਕਿ ਇਹ ਸਰਕਾਰ ਗੱਲਾਂ ਅਧਿਕਾਰਿਕ ਤੌਰ ਤੇ ਨਹੀਂ ਸੀ ਕਹਿ ਸਕਦੀ। ਜਾਂ ਫਿਰ ਮੈਂ ਮਨਪ੍ਰੀਤ ਜੀ, ਤੁਸੀਂ ਮੈਨੂੰ ਆਗਿਆ ਦਿਓ, ਕਿਉਂਕਿ ਜੋ ਤੁਸੀਂ ਇਹ ਗੱਲ ਕਰਦੇ ਹੋ ਕਿ ਜੋ ਅਸਥਾਨਾ ਕਹਿ ਰਿਹਾ, ਮੇਰੇ ਕੋਲ ਉਹ ਚਿੱਠੀ ਸਾਹਮਣੇ ਪਈ ਹੈ। ਜੇ ਇਹਦੀ ਆਖਰੀ ਪਹਿਰੇ 'ਚ 6 ਨੰਬਰ ਦੇ ਵਿੱਚ ਜਦੋਂ ਗੱਲ ਕਹਿੰਦੇ ਆ ਕਿ therefore in my firm opinion before proceeding further in any manner whatsoever the following questions need to be answered and legal advice sought। ਮਤਲਬ ਉਹ ਸਾਫ਼ ਲਫ਼ਜ਼ਾਂ 'ਚ ਪੁੱਛਦੇ ਆ ਵੀ ਮੈਨੂੰ ਇਹ ਲੱਗਦਾ ਕਿ ਇਹਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹਦੇ ਤੇ ਕਾਨੂੰਨੀ ਰਾਏ ਤੇ ਇਹਨਾਂ ਸਵਾਲਾਂ ਦੇ ਜਵਾਬ ਲੱਭ ਲੈਣੇ ਚਾਹੀਦੇ ਆ। ਮੈਂ 2-3 ਦੀ ਗੱਲ ਕਰੂੰਗਾ। ਅੱਛਾ, ਉਹ ਕਹਿੰਦੇ ਨੇ ਨੰਬਰ 1 ਤੇ ਕਹਿੰਦੇ ਨੇ ਕਿ ਕੈਨ ਫਰਦਰ ਇਨਵੈਸਟੀਗੇਸ਼ਨ ਬੀ ਆਰਡਰਡ ਇਨ ਕੇਸਿਸ ਵੇਅਰ ਟ੍ਰਾਇਲਸ ਹੈਵ ਆਲਰੇਡੀ ਬਿਨ ਕਨਕਲੂਡਡ। ਮੇਰੀ ਅੰਗਰੇਜ਼ੀ ਦਾ ਉਚਾਰਨ ਥੋੜਾ ਵਧੀਆ ਨਹੀਂ ਗਾ, ਇਹਨੂੰ ਉਵੇਂ ਹੀ ਲਿਓ ਕਿ ਮਤਲਬ ਜੇ ਤੁਸੀਂ ਕਿਸੇ ਟ੍ਰਾਇਲ ਦੇ ਵਿੱਚ ਕੋਈ ਚੀਜ਼ ਸਿੱਟੇ ਤੇ ਪਹੁੰਚ ਚੁੱਕੀ ਹੈ ਤੇ ਕੀ ਆਪਾਂ ਉਹਨੂੰ ਦੁਬਾਰਾ ਇਨਵੈਸਟੀਗੇਸ਼ਨ ਦਾ ਆਰਡਰ ਦੇ ਸਕਦੇ? ਇਹਦਾ ਮਤਲਬ ਕਿ ਜਿਹੜੀ ਅਥਾਰਟੀ ਨੇ ਉਹਨਾਂ ਨੂੰ ਕੁਝ ਇਨਵੈਸਟੀਗੇਟ ਕਰਨ ਲਈ ਕਿਹਾ, ਉਹਨੂੰ ਹੀ ਸਵਾਲ ਕਰਤਾ ਹੈ। ਇਹਨੂੰ ਐਵੇਂ ਲਈਏ ਨਾ ਜੀ ਮਨਪ੍ਰੀਤ ਜੀ। ਸੋ ਬਿਲਕੁਲ ਤੁਹਾਡੀ ਗੱਲ 100% ਠੀਕ ਹੈ ਜੀ। ਉਹ ਕਹਿੰਦੇ ਜੀ ਕੈਨ ਰੀ-ਇਨਵੈਸਟੀਗੇਸ਼ਨ further investigations be carried out in these cases by any other officer except the SIT appointed the honorable high court। ਇਹ ਵੀ ਬੜਾ ਵੱਡਾ ਸਵਾਲ ਹੈ। ਉਹ ਫਿਰ ਕਹਿੰਦੇ ਕਿ would ordering further investigations in these cases not amount to be completely ignoring the directions of honorable high court in CWP number 88 of 2014। ਇਹ 3 ਪੁਆਇੰਟ ਨੇ, ਅੱਗੇ 4 ਪੁਆਇੰਟ ਹੋਰ ਨੇ। ਤੁਸੀਂ ਇਹਨੂੰ ਇਸ ਗੱਲ ਨੂੰ ਪਹਿਲਾਂ ਅੱਗੇ ਵਧਾਓ, ਫਿਰ ਅੱਗੇ ਤੁਰਦੇ ਹਾਂ ਜੀ, ਕਿਉਂਕਿ ਅਸੀਂ ਇਸ ਚਿੱਠੀ ਦੀ ਭਰੋਸੇਯੋਗਤਾ ਨੂੰ ਤਸਦੀਕ ਬਿਲਕੁਲ ਨਹੀਂ ਕਰਦੇ, ਕਿਉਂਕਿ ਅਖਬਾਰਾਂ ਦੇ ਵਿੱਚ ਵੀ ਅੱਜ ਇਹ ਖਬਰ ਨਸ਼ਰ ਹੋਈ ਹੈ, ਲੇਕਿਨ ਇਹ ਦੇਰ ਸ਼ਾਮ ਨੂੰ ਇਹ ਪੱਤਰ ਸਾਨੂੰ ਮਿਲਦਾ ਹੈ। ਉਦੋਂ ਤੱਕ ਜਦੋਂ ਤੱਕ ਲੋਕ ਲਗਭਗ ਸੌਂ ਜਾਂਦੇ ਆ, ਉਦੋਂ ਇਹ ਪੱਤਰ ਲੀਕ ਹੁੰਦਾ। ਇੱਕ ਅਖਬਾਰ ਇਹਨੂੰ ਕਹਿੰਦੀ ਹੈ ਕਿ ਇਹ ਬਾਹਰ ਦੀ ਕਿਸੇ WhatsApp ਨੰਬਰ ਜਾਂ ਬਾਹਰ ਦੀ ਕਿਸੇ ਈਮੇਲ ਤੋਂ ਲੀਕ ਹੋਇਆ। ਹੁਣ ਸਰਕਾਰ ਇਹਨੂੰ ਵੀ ਇਨਵੈਸਟੀਗੇਟ ਕਰੇ ਕਿ ਪਹਿਲੀ ਵਾਰੀ ਇਹ ਪੱਤਰ ਕਿੱਥੋਂ ਨਿਕਲਦਾ। ਜੇ ਸਰਕਾਰ ਆਪ ਕੱਢ ਰਹੀ ਤਾਂ ਵੱਖਰੀ ਗੱਲ ਹੈ, ਜੇ ਕਿਸੇ ਹੋਰ ਨੇ ਕੱਢਿਆ
ਇਨਵੈਸਟੀਗੇਸ਼ਨਸ ਹੀ ਰਹਿ ਗਈਆਂ ਤੇ ਮਹੀਨੇ ਵੀ 10 ਹੀ ਆਪਣਾ ਦਿਨ ਵੀ 10 ਹੀ ਰਹਿ ਗਏ, ਮਹੀਨਾ ਇੱਕ ਰਹਿ ਗਿਆ, ਕੀ ਕਹਿੰਦੇ ਹੋ? ਦੇਖੋ, ਜਿਹੜੇ ਤੁਸੀਂ ਇਹ ਪੁਆਇੰਟ ਉਠਾਏ ਆ, ਜੀ ਸਭ ਤੋਂ ਪਹਿਲਾਂ ਕਿ ਟ੍ਰਾਇਲ ਕੋਰਟ ਦੇ ਵਿੱਚ ਇਹਦੀਆਂ ਇਨਵੈਸਟੀਗੇਸ਼ਨ ਪੂਰੀ ਹੋ ਗਈਆਂ। ਹੁਣ ਜੀ ਸਾਨੂੰ ਜਦੋਂ ਦੁਬਾਰਾ ਇਨਵੈਸਟੀਗੇਸ਼ਨ ਜਾਂ ਰੀ-ਇਨਵੈਸਟੀਗੇਸ਼ਨ ਦੀ ਉਹ ਗੱਲ ਕਰ ਰਹੇ ਆ ਸਤੀਸ਼ ਕੁਮਾਰ ਅਸਥਾਨਾ ਆਪਣੀ ਇਸ ਨੋਟਿਸ ਦੇ ਵਿੱਚ, ਕਿ ਕੀ ਸਾਨੂੰ ਦੁਬਾਰਾ ਸੁਪੀਰੀਅਰ ਕੋਰਟ ਜਾਂ ਜਿਹੜੇ ਹਾਇਰ ਕੋਰਟ ਤੋਂ ਪੁੱਛਣਾ ਨਹੀਂ ਚਾਹੀਦਾ? ਤੇ ਫਿਰ ਤਾਂ ਰੰਧਾਵਾ ਦੀ ਗੱਲ ਬਿਲਕੁਲ ਸਾਫ਼ ਆ। ਹਾਈ ਕੋਰਟ ਤਾਂ ਬਾਰ-ਬਾਰ ਕਲੀਅਰ ਕਰੀ ਜਾ ਰਿਹਾ, ਹਰੇਕ ਸੁਣਵਾਈ ਦੇ ਵਿੱਚ ਕਲੀਅਰ ਕਰੀ ਜਾ ਰਿਹਾ ਕਿ ਭਾਈ ਅਸੀਂ ਤੁਹਾਨੂੰ ਨਹੀਂ ਰੋਕਿਆ। ਉਹਨਾਂ ਨੇ ਡਾਇਰੈਕਸ਼ਨ ਕਿਹਤੋਂ ਲੈਣੀ ਆ? ਹਾਈ ਕੋਰਟ ਤੋਂ ਹੀ ਲੈਣੀ ਆ ਨਾ, ਸੁਪੀਰੀਅਰ ਕੋਰਟ ਤੋਂ ਲੈਣੀ ਆ। ਉਹ ਤਾਂ ਦੇ ਰਹੇ ਆ ਡਾਇਰੈਕਸ਼ਨਸ, ਉਹ ਤਾਂ ਕਹਿ ਰਹੇ ਆ ਆਪਣੀਆਂ ਟਿੱਪਣੀਆਂ ਦੇ ਵਿੱਚ। ਇਸੇ ਤਰ੍ਹਾਂ ਉਹਨਾਂ ਦਾ ਆਪਣਾ ਵਿਭਾਗ ਆ ਜਿਹੜਾ ਹੋਮ ਡਿਪਾਰਟਮੈਂਟ, ਉਹ ਵੀ ਬਾਰ-ਬਾਰ ਕਹਿ ਰਿਹਾ। ਜੇ ਕੋਈ ਅਨੁਰਾਗ ਵਰਮਾ ਚਿੱਠੀ ਲਿਖਣਗੇ, ਉਹ ਕੋਈ ਹਾਈ ਕੋਰਟ ਤੋਂ ਬਾਹਰ ਹੋ ਕੇ ਨਹੀਂ ਲਿਖ ਸਕਦੇ, ਉਹ ਜਿਹੜੇ ਨਿਆਲਿਆਵਾਂ ਤੋਂ ਜਾਂ ਇਹਨਾਂ ਅਦਾਲਤਾਂ ਤੋਂ ਬਾਹਰ ਹੋ ਕੇ ਨਹੀਂ ਲਿਖ ਸਕਦੇ। ਸਾਰਾ ਉਹਦੇ ਵਿੱਚ ਰਹਿ ਕੇ ਉਹਨਾਂ ਨੇ ਚਿੱਠੀਆਂ ਲਿਖੀਆਂ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁਬਾਰਾ ਲੋਕਾਂ ਨੂੰ ਇਹ ਅਫਸਰ, ਇਹ ਪੋਲੀਟੀਸ਼ੀਅਨ, ਇਹ ਮਿਨਿਸਟਰ ਜਾਂ ਸਰਕਾਰ ਕਿਤੇ ਨਾ ਕਿਤੇ ਦੁਬਾਰਾ ਲੋਕਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੁਬਾਰਾ ਉਹਨਾਂ ਨੂੰ ਭੰਬਲ ਭੁੱਸੇ ਚ ਪਾ ਰਹੀ ਆ, ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਕੰਟਰੋਵਰਸੀ ਦੇ ਵਿੱਚੋਂ ਨਿਕਲਿਆ ਜਾ ਸਕੇ। ਕਿਉਂਕਿ ਅਚੀਵ ਕੁਝ ਨਹੀਂ ਹੋਇਆ, ਮਿਲਿਆ ਕੁਝ ਨਹੀਂ ਇਹਨਾਂ 5 ਸਾਲਾਂ ਦੇ ਵਿੱਚ, ਤੇ ਸਮਾਂ ਬਿਲਕੁਲ ਖਤਮ ਹੋ ਗਿਆ। ਸੋ ਅਫਸਰਾਂ ਦਾ ਸਹਾਰਾ ਲੈ ਕੇ, ਇਹਨਾਂ ਨੋਟਿੰਗਸ ਦਾ ਸਹਾਰਾ ਲੈ ਕੇ, ਕਮੇਟੀਆਂ ਦਾ ਸਹਾਰਾ ਲੈ ਕੇ ਇਹ ਇਸ ਮਸਲੇ ਤੋਂ ਨਿਕਲਣਾ ਚਾਹੁੰਦੇ ਆ। ਪਰ ਮੈਨੂੰ ਲੱਗਦਾ ਲੋਕਾਂ ਨੇ ਇਹਨਾਂ ਨੂੰ ਨਿਕਲ ਨਹੀਂ ਦੇਣਾ। ਇੰਨਾ ਸੌਖਾ ਨਹੀਂ ਆ ਕਿ ਤੁਸੀਂ ਸਿਰਫ ਕੁਝ ਚੰਦ ਨੁਕਤਿਆਂ ਦਾ ਸਹਾਰਾ ਲੈ ਕੇ ਜਾਂ ਉਹਨਾਂ ਕਾਨੂੰਨੀ ਨੁਕਤਿਆਂ ਦਾ ਸਹਾਰਾ ਲੈ ਕੇ ਇਸ ਕੰਟਰੋਵਰਸੀ ਚੋਂ ਨਿਕਲ ਸਕੋ। ਕਿਉਂਕਿ ਅਦਾਲਤਾਂ ਜਿਹੜੀਆਂ, ਮੈਂ ਇੱਕ ਵਾਰੀ ਫੇਰ ਇਸ ਗੱਲ ਨੂੰ ਸਪਸ਼ਟ ਕਰਦਾ, ਬਾਰ-ਬਾਰ ਉਹ ਕਹਿ ਚੁੱਕੀਆਂ ਕਿ ਤੁਹਾਨੂੰ ਅਸੀਂ ਕਿਸੇ ਇਨਵੈਸਟੀਗੇਸ਼ਨ ਤੋਂ, ਕਿਸੇ ਜਾਂਚ ਤੋਂ ਨਹੀਂ ਰੋਕਿਆ। ਔਰ ਮੈਨੂੰ ਲੱਗਦਾ ਅੱਜ ਦੇ ਦਿਨ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦਾ ਸਪਸ਼ਟੀਕਰਨ ਬਹੁਤ ਅਹਿਮ ਬਣਦਾ ਕਿ ਉਹਨਾਂ ਦੇ ਰਿਸ਼ਤੇ ਕਾਰਨ ਉਹਨਾਂ ਨੇ ਇਹ ਜਾਂਚ ਆਪਣੀ ਪੂਰੀ ਨਹੀਂ ਕੀਤੀ, ਜਾਂ ਉਹਨਾਂ ਨੇ ਪੂਰੀ ਕਰ ਲਈ ਆ। ਕੀ ਉਹਨਾਂ ਦਾ ਜਵਾਬ ਆ? ਹੋਮ ਡਿਪਾਰਟਮੈਂਟ ਨੂੰ ਉਹਨਾਂ ਨੇ ਕੀ ਜਵਾਬ ਦਿੱਤਾ? ਮੈਨੂੰ ਇਹਦੇ 'ਚ ਇੱਕ ਚੀਜ਼ ਸ਼ਾਮਲ ਕਰਨੀ ਆ। ਦੇਰ ਪਹਿਲਾਂ ਤਾਂ ਮੈਨੂੰ ਉਹ ਵਾਕਿਆ ਯਾਦ ਆ ਜਦੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ਾਇਦ ਮਜੀਠੀਆ ਨੇ ਕਿਹਾ ਸੀਗਾ ਕਿ ਇਹ ਸਾਡੇ ਨਾਲ ਪੱਖਪਾਤ ਕਰਦੇ ਆ ਕਿਉਂਕਿ ਸਾਡੀ ਇਹਨਾਂ ਨਾਲ ਸ਼ਰੀਕੇਬਾਜ਼ੀ, ਇਸ ਤਰ੍ਹਾਂ ਦੀ ਕੋਈ ਗੱਲ ਵੀ ਹੋਈ ਸੀ, ਰਿਸ਼ਤੇਦਾਰੀ ਦਾ ਜ਼ਿਕਰ ਹੋਇਆ ਸੀ ਇੱਕ ਵਾਰੀ। ਔਰ ਉਹਦੇ ਉੱਤੇ ਵੀ ਸ਼ਾਇਦ ਬਹੁਤਾ ਜ਼ਿਆਦਾ ਸਿੱਧੂ ਸਾਹਿਬ ਨੇ ਕੁਝ ਨਹੀਂ ਸੀ ਕਿਹਾ, ਹਰਪ੍ਰੀਤ ਸਿੰਘ ਨੇ। ਲੇਕਿਨ ਇਹ ਸਵਾਲ ਕੀ ਪਹਿਲਾਂ ਤੁਹਾਡੇ ਧਿਆਨ 'ਚ ਨਹੀਂ ਸੀ? ਇੱਕ ਹੋਰ ਅਹਿਮ ਸਵਾਲ ਆ, ਸੁਖਜਿੰਦਰ ਸਿੰਘ ਰੰਧਾਵਾ ਵੱਡੇ ਸਵਾਲਾਂ ਦੇ ਘੇਰੇ 'ਚ ਨੇ ਬਤੌਰ ਗ੍ਰਹਿ ਮੰਤਰੀ। ਜਦੋਂ SK ਅਸਥਾਨਾ ਇਹ ਨੋਟਿੰਗ ਦੇ ਰਹੇ ਆ, ਜੇ ਇਹ ਠੀਕ ਹੈ ਤਾਂ, ਜੇ ਇਹ ਠੀਕ ਹੈ ਤਾਂ ਅਸੀਂ ਇਹਦੀ ਪੁਸ਼ਟੀ ਬਿਲਕੁਲ ਨਹੀਂ ਕਰਦੇ ਕਿ ਇਹ ਅਫੀਸ਼ੀਅਲੀ ਇਵੇਂ ਹੀ ਆ, ਕਿਉਂਕਿ ਕਈ ਵਾਰੀ ਚਿੱਠੀਆਂ ਵਾਪਸ ਵੀ ਹੋ ਜਾਂਦੀਆਂ ਤੇ ਜਿਹੜੀਆਂ ਹਵਾ 'ਚ ਤੈਰਦੀਆਂ ਉਹ ਤੈਰਦੀਆਂ ਹੀ ਰਹਿੰਦੀਆਂ। ਸਿੱਧੂ ਸਾਹਿਬ ਵੀ ਉਹ STF ਰਿਪੋਰਟ ਦੇ ਕਈ ਪੰਨੇ ਆਪਣੇ ਪੋਸਟ ਕਰਦੇ ਰਹੇ ਆ, ਕਦੇ ਉਹ ਟਵਿੱਟਰ ਤੇ ਕਦੇ ਫੇਸਬੁੱਕ ਤੇ। ਹੁਣ ਸਵਾਲ ਸਿਰਫ ਇੰਨਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਜੇ ਇਹਨਾਂ ਕੇਸਿਸ ਨੂੰ ਕਿਸੇ ਅਫਸਰ ਦੇ ਸਪੁਰਦ ਕਰਨ ਤੋਂ ਪਹਿਲਾਂ ਜਾਂ DGP ਪੰਜਾਬ ਨੇ ਆਪਸ ਵਿੱਚ ਮੀਟਿੰਗ ਕਰਕੇ ਆ ਜਿਹੜੇ ਸਵਾਲ ਚੁੱਕਿਆ ਇਹਨਾਂ ਨੂੰ ਐਡਰੈਸ ਨਹੀਂ ਕੀਤਾ, ਤਾਂ ਇਹ ਮੰਨਿਆ ਜਾਊਗਾ ਕਿ ਇੰਨੇ ਅਹਿਮ ਕੇਸ ਜਿਹਦੇ ਵਿੱਚ ਕਿਸੇ ਵਿਅਕਤੀ ਦਾ ਕੈਰੀਅਰ ਵੀ, ਸਿਆਸੀ ਕੈਰੀਅਰ ਵੀ ਦਾਅ ਤੇ ਲੱਗਾ, ਉਹਦਾ ਸਮਾਜਿਕ ਜੀਵਨ ਵੀ ਦਾਅ ਤੇ ਲੱਗਾ, ਉਹਦਾ ਪਰਿਵਾਰਕ ਜੀਵਨ ਵੀ ਦਾਅ ਤੇ ਲੱਗਿਆ, ਤਾਂ ਫਿਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕਾਹਲ ਕਾਹਦੀ ਸੀ। ਜੇ ਅਸਥਾਨਾ ਸਾਹਿਬ ਕੋਲ ਹੀ ਇਹੀ ਜਵਾਬ ਲੈਣੇ ਸੀ ਤਾਂ ਇਹ ਜਵਾਬ ਤਾਂ ਤੁਹਾਡੇ ਜਿਹੜੇ ਲੀਗਲ ਟੀਮ ਪਹਿਲੋਂ ਕੋਲ ਬਿਠਾ ਲੈਂਦੇ। ਕਿਸੇ ਵਿਅਕਤੀ ਨੂੰ ਡਾਇਰੈਕਸ਼ਨ ਦੇਣ ਤੋਂ ਪਹਿਲਾਂ ਕਿ ਇਸ ਦਿਸ਼ਾ 'ਚ ਕੰਮ ਕਰਨਾ, ਹਾਈ ਕੋਰਟ ਦੀ ਡਾਇਰੈਕਸ਼ਨ 'ਚ ਕੰਮ ਕਰਨਾ, ਜੇ ਤੁਸੀਂ ਇਹ ਕੰਮ ਇਵੇਂ ਕਰ ਰਹੇ ਹੋ ਤਾਂ ਤੁਹਾਨੂੰ ਉਨਾ ਹੀ ਜ਼ਿੰਮੇਵਾਰ ਮੰਨਿਆ ਜਾਊਗਾ ਜਿੰਨੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਮੰਨੇ ਗਏ। ਕਿਉਂਕਿ ਕੈਪਟਨ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ, ਉਹਨਾਂ ਦੇ ਕਈ ਨਾਲ ਕੰਮ ਕਰਦੇ ਉੱਚ ਅਧਿਕਾਰੀਆਂ ਨਾਲ ਮੇਰੀ ਗੱਲ ਹੁੰਦੀ ਰਹੀ ਆ, ਉਹ ਸਿਆਸੀਕਰਨ ਦਾ ਜਿਹੜਾ ਮਾਮਲਾ ਸੀ ਉਹਨੂੰ ਹੀ ਲਗਾਤਾਰ ਸੋਚਦੇ ਰਹੇ ਆ। ਕੀ ਫਿਰ ਤੁਸੀਂ ਇਹਨੂੰ ਫੁੱਟਬਾਲ ਵਾਂਗ ਇਹਨਾਂ ਮੁੱਦਿਆਂ ਨੂੰ ਲਿਆ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਹੋ, ਕਿਸੇ ਨੂੰ ਤੁਸੀਂ ਪੂਰੀ ਤਰ੍ਹਾਂ ਟਾਰਗੇਟ ਕਰਕੇ ਸਿਆਸਤ ਸਾਧਦੇ ਰਹੇ ਹੋ। ਲੋਕ ਤਾਂ ਸਵਾਲ ਪੁੱਛਣਗੇ, ਲੇਕਿਨ ਲੋਕ ਇਹ ਵੀ ਸਵਾਲ ਪੁੱਛਣਗੇ ਕਿ ਕੀ ਜਿਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ, ਭਾਵੇਂ ਪੁਲਿਸ ਅਫਸਰ ਨੇ, ਭਾਵੇਂ ਸਿਆਸੀ ਲੋਕ, ਉਹ ਇੰਨੇ ਪਾਵਰਫੁਲ ਨੇ ਕਿ ਉਹ ਸਭ ਕੁਝ ਹੀ ਮੈਨੇਜ ਕਰ ਜਾਂਦੇ ਆ। ਕੋਈ ਅਫਸਰ ਜਾਂਚ ਕਰਨ ਲਈ ਤਿਆਰ ਹੀ ਨਹੀਂ ਹੁੰਦਾ, ਕੋਈ ਅਫਸਰ ਜੁਰਤ ਹੀ ਨਹੀਂ ਕਰਦਾ ਕਿ ਉਹ ਮਤਲਬ ਹਰ ਚੀਜ਼ ਨੂੰ ਤੱਥਾਂ ਸਮੇਤ ਉਜਾਗਰ ਕਰ ਸਕੇ। ਕੋਈ ਟਰਾਂਸਪੇਰੈਂਸੀ, ਕੋਈ ਪਾਰਦਰਸ਼ਤਾ ਨਾਂ ਦੀ ਚੀਜ਼ ਬਚੀ ਹੈ ਕਿ ਨਹੀਂ ਸਾਡੇ ਸਿਸਟਮ 'ਚ? ਕੀ ਸਾਰਾ ਕੁਝ ਚੋਣ ਜਿੱਤਣ ਲਈ ਹੁੰਦਾ? ਤੇ ਫਿਰ ਇੱਥੇ ਪੰਜਾਬ ਦੇ ਵਿੱਚ ਤਾਈਓ ਤੇ ਕੋਈ ਵਸਣਾ ਨਹੀਂ ਚਾਹੁੰਦਾ, ਤਾਈਓ ਤੇ ਕੋਈ ਰਹਿਣਾ ਨਹੀਂ ਚਾਹੁੰਦਾ। ਕਿਉਂਕਿ ਜੇ ਇਵੇਂ ਹੀ ਲੋਕ ਬਚ ਕੇ ਨਿਕਲਦੇ ਰਹੇ ਜਾਂ ਫਸਾਏ ਜਾਂਦੇ ਰਹੇ ਤਾਂ ਫਿਰ ਕੌਣ ਕਿਤੇ ਭਰੋਸਾ ਕਰੂਗਾ? ਤੁਹਾਡੀ ਟਿੱਪਣੀ। ਰੰਧਾਵਾ ਜੀ, ਤੁਸੀਂ ਦੇਖੋ
ਕਈ ਵਾਰੀ ਜਿਹੜੇ ਸਾਡੇ ਅਦਾਲਤਾਂ ਦੇ ਜੱਜ ਹੁੰਦੇ ਆ, ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਕੋਈ ਕਨਫਲਿਕਟ ਆਫ ਇੰਟਰਸਟ ਹੋਵੇ, ਤਾਂ ਆਪਣੇ ਆਪ ਨੂੰ ਉਸ ਕੇਸ ਤੋਂ ਰਿਕਿਊਜ਼ ਕਰ ਲੈਂਦੇ ਆ, ਪਿੱਛੇ ਹਟ ਜਾਂਦੇ ਆ, ਜਾਣ ਬੁੱਝ ਕੇ ਉਹ ਕੇਸ ਨਹੀਂ ਲੈਂਦੇ। ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਇਸ ਗੱਲ ਦੀ ਵੀ ਆਲੋਚਨਾ ਹੋਣ ਲੱਗ ਪਈ ਆ ਕਿ ਇਹ ਰਿਕਿਊਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਸੰਵਿਧਾਨ ਦੀ ਸਹੁੰ ਚੁੱਕ ਕੇ ਆਏ ਆ ਤੇ ਉਹਨਾਂ ਨੇ ਅਨਬਾਇਸਡ ਰਹਿਣਾ, ਬਗੈਰ ਕਿਸੇ ਪੱਖਪਾਤ ਤੋਂ ਉਹਨਾਂ ਨੇ ਫੈਸਲੇ ਦੇਣੇ ਆ। ਇਸੇ ਤਰ੍ਹਾਂ ਜੇ ਹਰਪ੍ਰੀਤ ਸਿੰਘ ਸਿੱਧੂ ਨੂੰ ਵੀ ਦੇਖਿਆ ਜਾਵੇ, ਪਹਿਲੀ ਗੱਲ ਤਾਂ ਜਿਹੜੀ ਇਹ ਗੱਲ ਕਰ ਰਹੇ ਆ ਸਤੀਸ਼ ਕੁਮਾਰ ਅਸਥਾਨਾ ਕਿ ਇਹਨਾਂ ਨੂੰ ਰਿਕਿਊਜ਼ ਕਰ ਦੇਣਾ ਚਾਹੀਦਾ ਸੀ, ਕਰ ਜਾਣਾ ਚਾਹੀਦਾ ਸੀ, ਉਹ ਕੀਤਾ ਨਹੀਂ। ਮੈਨੂੰ ਲੱਗਦਾ ਇਹ ਸਾਰੇ ਅਫਸਰ ਵੀ ਸੰਵਿਧਾਨ ਦੀ ਸਹੁੰ ਚੁੱਕਿਆ ਹੈ, ਸੰਵਿਧਾਨ ਲਈ ਕੰਮ ਕਰਦੇ ਆ। ਸਰਕਾਰਾਂ ਵੀ ਜਿਹੜੀਆਂ ਸੰਵਿਧਾਨ ਥੱਲੇ ਰਹਿੰਦੀਆਂ, ਇਹ ਨਹੀਂ ਸੀ ਹੋਣਾ ਚਾਹੀਦਾ। ਦੂਸਰੀ ਜਿਹੜੀ ਗੱਲ ਤੁਹਾਡੀ ਬਿਲਕੁਲ ਸਹੀ ਗੱਲ ਆ, ਦੇਖੋ ਅੱਜ ਅਸੀਂ ਸਿਰਫ ਇੱਕ ਪੋਲੀਟੀਸ਼ੀਅਨ ਨੂੰ ਲੈ ਕੇ ਜਾਂ ਦੋ ਪੋਲੀਟੀਸ਼ੀਅਨਸ ਨੂੰ ਲੈ ਕੇ, ਕਿਸੇ ਵੀ ਸਿਆਸੀ ਨੁਮਾਇੰਦੇ ਨੂੰ ਲੈ ਕੇ ਇਹ ਗੱਲਾਂ ਕਰ ਰਹੇ ਹਾਂ, ਲੇਕਿਨ ਪੰਜਾਬ ਦੇ ਵਿੱਚ ਵੈਸੇ ਤੁਸੀਂ ਦੇਖੋ ਜੇ ਇਹ ਇਨਵੈਸਟੀਗੇਸ਼ਨ ਦਾ ਤਹਿਕੀਕਾਤ ਕਰਦੇ ਨਾ, ਤੁਸੀਂ ਵੱਡੀ ਮੱਛੀ ਦੀ ਗੱਲ ਕਰ ਦੋ, ਇੱਕ ਆਮ ਜਿਹੜਾ ਡਰੱਗ ਰੈਕਟ ਪੰਜਾਬ ਦੇ ਵਿੱਚ ਚੱਲ ਰਿਹਾ ਜਾਂ ਡਰੱਗਸ ਦੀ ਸਮਗਲਿੰਗ, ਉਸ ਨੂੰ ਤਾਂ ਤੁਸੀਂ ਤੋੜਦੇ, ਛੋਟੇ ਬੰਦੇ ਫੜ ਲੈਂਦੇ, ਆਮ ਬੰਦੇ ਹੀ ਫੜ ਲੈਂਦੇ, ਜਾਂ ਕੋਈ ਸਮਗਲਰ ਹੀ ਫੜ ਲੈਂਦੇ, ਜਾਂ ਜਿਹੜੇ ਕੈਨੇਡਾ ਦੇ ਵਿੱਚ 8-9 ਉਹ ਵਿਅਕਤੀ ਬੈਠੇ ਆ ਜਿਸਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਗੱਲ ਕਰ ਰਹੀ ਆ, ਉਹਨਾਂ ਨੂੰ ਵਾਪਸ ਐਕਸਟ੍ਰੈਡੀਸ਼ਨ ਕਰਵਾ ਲੈਂਦੇ, ਕੁਛ ਤਾਂ ਕਰਦੇ। ਲੇਕਿਨ ਬਿਲਕੁਲ ਤੁਸੀਂ ਹੱਥ ਤੇ ਹੱਥ ਰੱਖ ਕੇ ਬਹਿ ਗਏ, ਤੁਹਾਨੂੰ ਲੱਗਿਆ ਸਿਰਫ ਇੱਕ ਬੰਦੇ ਦੇ ਨਾਂ ਤੇ ਸਿਆਸਤ ਖੇਡ ਲਓ, ਬਾਕੀ ਤਾਂ ਆਪਾਂ ਕੁਝ ਲੈਣਾ ਦੇਣਾ ਨਹੀਂ। ਕਿ ਬਾਕੀ ਹੁਣ ਇਸ ਟਾਈਮ ਨਸ਼ੇ ਨਹੀਂ ਵਿਕਦੇ ਪੰਜਾਬ ਦੇ ਵਿੱਚ, ਜਾਂ ਕਿਸੇ ਤਰ੍ਹਾਂ ਦੀ ਕੋਈ ਸਮਗਲਿੰਗ ਨਹੀਂ ਹੁੰਦੀ? ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਪਰ ਅਨਫੋਰਚੂਨੇਟਲੀ ਇਸ ਕਾਂਗਰਸ ਸਰਕਾਰ ਨੇ, ਇਹਨਾਂ ਦੇ ਮੰਤਰੀਆਂ ਨੇ, ਚਾਹੇ ਪਹਿਲਾਂ ਦੇ ਗ੍ਰਹਿ ਮੰਤਰੀ ਹੋਣ ਤੇ ਚਾਹੇ ਹੁਣ ਦੇ ਗ੍ਰਹਿ ਮੰਤਰੀ ਹੋਣ, ਇਹਨਾਂ ਨੇ ਵਾਕਿਆ ਆਪਣੀ ਜ਼ਿੰਮੇਵਾਰੀ, ਸੰਵਿਧਾਨਿਕ ਜ਼ਿੰਮੇਵਾਰੀ ਨਹੀਂ ਨਿਭਾਈ। ਤੇ ਹੁਣ ਮੈਨੂੰ ਲੱਗਦਾ ਇਸ ਸਾਰੀ ਚੀਜ਼ ਨੂੰ ਦੇਖਦੇ ਹੋ, ਇਹ ਕਿਸੇ ਨਾ ਕਿਸੇ ਤਰ੍ਹਾਂ ਚੋਰ ਮੋਰੀ ਥਾਈਂ ਨਿਕਲ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ, ਤਾਂ ਕਿ ਲੋਕਾਂ ਸਾਹਮਣੇ ਜਾ ਕੇ ਦੁਬਾਰਾ ਇਹ ਵੋਟਾਂ ਮੰਗ ਸਕਣ। ਪਰ ਮੈਨੂੰ ਲੱਗਦਾ ਲੋਕਾਂ ਨੇ ਇਹ ਮੁੱਦਾ ਇੰਨੀ ਜਲਦੀ ਛੱਡਣਾ ਨਹੀਂ, ਕਿਉਂਕਿ ਪੰਜਾਬ ਦਾ ਭਵਿੱਖ ਇਸੇ ਚੀਜ਼ ਤੇ ਬਹੁਤ ਵੱਡੇ ਤਰ੍ਹਾਂ ਨਿਰਭਰ ਕਰਦਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਜਦੋਂ ਅਕਾਲੀ ਦਲ ਪ੍ਰੈਸ ਕਾਨਫਰੰਸਸ ਕਰਕੇ ਦੋਸ਼ ਲਾਉਂਦਾ ਰਿਹਾ, ਇਹਦਾ ਮਤਲਬ ਉਹਦੇ ਦੋਸ਼ਾਂ 'ਚ ਫਿਰ ਸਚਾਈ ਮੰਨੀ ਜਾਊਗੀ। ਜਦੋਂ ਕਹਿ ਰਹੇ ਕਿ ਸਾਨੂੰ ਫਸਾਉਣ ਦੀ ਸਾਜ਼ਿਸ਼ ਹੋ ਰਹੀ ਆ, ਤਾਂ ਫਿਰ ਇਹਨੂੰ ਕਿਹੜੇ ਖਾਤੇ 'ਚ ਪਾਓਗੇ? ਜਦੋਂ ਅਦਾਲਤਾਂ ਦੇ ਵਿੱਚ ਇਹ ਪ੍ਰਕਿਰਿਆ ਚੱਲ ਰਹੀ ਸੀ, ਤਾਂ ਤੁਸੀਂ ਇਹਨੂੰ ਅਦਾਲਤਾਂ ਦੇ ਨਜ਼ਰੀਏ ਤੋਂ ਲੀਗਲ ਰਾਏ ਲੈ ਕੇ ਅੱਗੇ ਵਧਾ ਸਕਦੇ ਸੀ। ਇਹਦੇ 'ਚ ਕੋਈ ਦੋ ਰਾਏ ਨਹੀਂ। ਬੜਾ ਅਹਿਮ ਸਵਾਲ ਆ ਕਿ ਇਸ ਵੇਲੇ ਸਿਆਸੀ ਬਦਲਾਖੋਰੀ ਦੀ ਸਿਆਸਤ ਤਗੜੇ ਪੱਧਰ ਤੇ ਹੋਊਗੀ, ਦੋਸ਼ ਪ੍ਰਤੀ ਦੋਸ਼ ਦੇ ਨਜ਼ਰੀਏ ਤੋਂ। ਦੋਵੇਂ ਧਿਰਾਂ ਅੱਜ ਆਮਣੇ ਸਾਹਮਣੇ ਹੋਣਗੀਆਂ, ਖੂਬ ਜੁੱਤੀ ਚੱਲੂਗੀ ਸ਼ਬਦਾਂ ਦੀ। ਅੱਜ ਕਿੱਲੀ ਚਾਲਾਂ ਚੋਂ ਵੀ ਇਹੀ ਕਿੱਕਲੀ ਪਊਗੀ ਮੈਨੂੰ ਲੱਗਦਾ। ਤੇ ਸਰਕਾਰੀ ਗਲਿਆਰਿਆਂ 'ਚ ਵੀ ਸਫਾਈਆਂ ਹੀ ਦਿੱਤੀਆਂ ਜਾਂਦੀਆਂ ਰਹਿਣੀਆਂ ਨੇ। ਅਫਸਰ ਬੜੇ ਕਸੂਤ ਤੇ ਫਸ ਗਏ। ਕਿਹੜਾ ਅਫਸਰ ਇਸ ਵਰਦੀ ਦੇ ਵਿੱਚ ਅੱਗੇ ਦੇਊਗਾ ਆਪਣਾ ਆਪ? ਬੜਾ ਔਖਾ ਜਿਹਾ ਸਵਾਲ ਪੈਦਾ ਹੋ ਗਿਆ। ਪਰ ਇਸ ਔਖੇ ਸਵਾਲ 'ਚ ਸਿੱਧੂ ਨੂੰ ਥੋੜੀ ਜਿਹੀ ਰਾਹਤ ਮਿਲ ਗਈ। ਮੈਨੂੰ ਲੱਗਦਾ ਪੰਜਾਬ ਦੀ ਸਿਆਸਤ ਦਾ ਇੱਕ ਪੱਖ ਸਾਫ਼ ਹੋ ਗਿਆ ਜਦੋਂ ਸੁਨੀਲ ਜਾਖੜ ਕੱਲ ਸ਼ਾਮ ਜੀ ਨੂੰ 15 ਤਰੀਕ ਵਾਲੇ ਦਿਨ ਕੰਪੇਨ ਕਮੇਟੀ ਦੀ ਮੀਟਿੰਗ ਸਾਦੇ, ਜਿਹਦੇ ਚੋਂ ਸਿੱਧੂ, ਚੰਨੀ ਤੇ ਬਾਕੀਆਂ ਨੂੰ ਵੀ ਸਾਧਿਆ। ਉਦੋਂ ਜਾਖੜ ਦੇ ਮਨਾ ਲਏ ਜਾਣ ਦੀ ਖਬਰ ਆਉਂਦੀ ਆ ਕਿ ਜਾਖੜ ਆਖਰ ਸਮਝ ਗਏ ਕਿ ਕਾਂਗਰਸ ਦੇ ਵਿੱਚ ਹੀ ਰਹਿ ਕੇ ਅੱਗੇ ਤੁਰਨਾ ਹੈ। ਉਸੇ ਵੇਲੇ ਨਵਜੋਤ ਸਿੰਘ ਸਿੱਧੂ ਜਿਹੜੇ ਕਹਿ ਰਹੇ ਸੀ ਕਿ ਐਤਕੀ ਮੈਂ ਸ਼ੋ ਪੀਸ ਨਹੀਂ ਬਣਨਾ, ਐਤਕੀ ਮੈਂ ਮੇਨ ਜ਼ਿੰਮੇਵਾਰੀ ਮੇਨ ਹੀ ਨਿਭਾਉਣੀ ਆ, ਤੇ ਮੈਂ ਇੱਕ ਇਹਨੂੰ ਜਾਂ ਸਿੱਧੂ ਰਹੂਗਾ ਜਾਂ ਮਾਫੀਆ ਰਹੂਗਾ, ਸ਼ਬਦ ਵੀ ਵਰਤਦੇ ਆ। ਔਰ ਸਿੱਧੂ ਇਹ ਸਾਫ਼ ਹੀ ਕਰਦੇ ਆਉਂਦੇ ਆ ਕਿ ਹੁਣ ਹੋਰ ਧੋਖੇ 'ਚ ਮੈਂ ਨਹੀਂ ਜੇ ਰਹਿਣਾ। ਤੇ ਉਹ ਹਾਈ ਕਮਾਂਡ ਉਹਨਾਂ ਨੂੰ ਚੋਣ ਕਮੇਟੀ ਦਾ ਚੇਅਰਮੈਨ ਲਾ ਕੇ ਬਾਕੀ ਸਾਰੇ ਉਹਨਾਂ ਦੇ ਥੱਲੇ ਲਾਤੇ ਜਾਂਦੇ ਆ। ਦੂਜੇ ਨੰਬਰ ਤੇ ਚੰਨੀ ਨੂੰ ਰੱਖ ਕੇ ਉਵੇਂ ਹੀ ਫਹਿਰਿਸਤ ਲੰਬੀ ਆ। ਲੇਕਿਨ ਇੱਕ ਸਵਾਲ ਹੈ ਮਾਂ ਕਿ ਸਾਰੀਆਂ ਹੀ ਧਿਰਾਂ ਇਹਦੇ 'ਚ ਐਡਜਸਟ ਹੋਈਆਂ। ਕੀ ਹੁਣ ਲੜਾਈ ਸਾਫ਼ ਹੋ ਗਈ? ਬਾਦਲ ਕੇ ਬਨਾਮ ਸਿੱਧੂ, ਬਨਾਮ ਕੇਜਰੀਵਾਲ ਦੇ ਮਾਮਲੇ 'ਚ ਵੀ ਰਾਜੇਵਾਲ ਦਾ ਚਿਹਰਾ ਅਜੇ ਤੱਕ ਕਲੀਅਰ ਕਰੀ ਜਾ ਰਹੇ ਆ ਲੋਕ। ਅਜੇ ਤੱਕ ਇਹੀ ਗੱਲ ਹੋ ਰਹੀ ਹੈ ਕਿ ਹੁਣ ਕੁਝ ਨਹੀਂ ਬਚਿਆ ਰਾਜੇਵਾਲ ਤੋਂ ਇਲਾਵਾ। ਪਰ ਰਾਜੇਵਾਲ ਨੂੰ ਲੈ ਕੇ ਕੀ ਉਗਰਾਹਾਂ ਧੜਾ ਉਹਨਾਂ ਦਾ ਵਿਰੋਧ ਕਰੂਗੇ? ਅੱਗੇ ਬੜੇ ਸਵਾਲ ਪੈਦਾ ਹੋਣਗੇ, ਉਹਨਾਂ ਨੂੰ ਆਪਾਂ ਛੱਡਦੇ ਹਾਂ। ਪਹਿਲਾਂ ਆਪਾਂ ਸਿੱਧੂ ਤੇ ਸਿੱਧਾ ਆਉਂਦੇ ਹਾਂ ਕਿ ਅੱਜ ਉਹਨਾਂ ਦੀ ਸਵੇਰ ਕਾਫੀ ਖੁਸ਼ਗਵਾਰ ਹੋਊਗੀ। ਇਹ ਵੀ ਦੇਰ ਸ਼ਾਮ ਹੀ ਸਭ ਕੁਝ ਵਾਪਰਦਾ। ਅੱਜ ਮੈਡੀਟੇਸ਼ਨ 'ਚ ਸਿੱਧੂ ਸਾਹਿਬ ਆਪਣੇ ਆਪ ਨੂੰ ਉਸ ਨਿਸ਼ਾਨੇ ਤੇ ਵੇਖ ਰਹੇ ਹੋਣਗੇ ਜਿਹਦੇ ਲਈ ਉਹਨਾਂ ਨੇ ਤਪੱਸਿਆ ਕੀਤੀ ਹੈ। ਕੀ ਸਿੱਧੂ ਪੰਜਾਬ ਕਾਂਗਰਸ ਦੀ ਬੇੜੀ ਬੰਨੇ ਲਾ ਸਕਣਗੇ ਜਦੋਂ ਆ ਪਿੱਛੇ ਇੰਨੇ ਸੰਕਟ ਫਸੇ ਪਏ ਆ? ਕੀ ਕਹਿੰਦੇ? ਦੇਖੋ ਰੰਧਾਵਾ ਜੀ, ਤੁਸੀਂ ਬੜੀ ਇੱਕ ਅਹਿਮ ਗੱਲ ਕੀਤੀ ਹੈ। ਜਿਹੜੀ ਚੋਣ ਕਮੇਟੀ ਇਸ ਕਾਂਗਰਸ ਦੇ ਹਾਈ ਕਮਾਂਡ ਨੇ ਥਾਪੀ ਆ, ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ, ਜਿਵੇਂ ਕਹਿੰਦੇ ਹੁੰਦੇ ਆ ਕਿ ਅੰਗਰੇਜ਼ ਦੇ ਸ਼ਾਟ ਇਨ ਦਾ ਆਰਮ, ਬਹੁਤ ਜ਼ਿਆਦਾ ਬਲ ਮਿਲਿਆ, ਬਹੁਤ ਜ਼ਿਆਦਾ ਤਾਕਤ ਮਿਲੀ ਆ, ਕਿਉਂਕਿ ਉਹਨਾਂ ਨੂੰ ਇਸ ਦਾ ਚੇਅਰਮੈਨ ਬਣਾਇਆ ਗਿਆ। ਤੇ ਨਾਲ ਦੀ ਨਾਲ ਉਹਨਾਂ ਦੀ ਉਹ ਲਿਸਟ, ਉਹ ਫਹਿਰਿਸਤ ਜਿਹੜੀ ਬਹੁਤ ਸਮੇਂ ਤੋਂ ਲਟਕ ਰਹੀ ਸੀ, ਉਹ ਵੀ ਕਲੀਅਰ ਕਰ ਦਿੱਤੀ ਗਈ ਆ। ਸੋ ਕਹਿਣ ਦਾ ਮਤਲਬ ਇਹੀ ਆ
ਕਿ ਜੋ ਕੁਝ ਸਿੱਧੂ ਚਾਹੁੰਦੇ ਸੀ ਬਤੌਰ ਪ੍ਰਧਾਨ, ਉਹ ਲਗਭਗ ਇਨ ਬਿਨ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹਨਾਂ ਨੇ ਮੰਨ ਲਿਆ। ਉਹ ਕਹਿੰਦੇ ਜੀ ਆਓ ਚੋਣ ਕਮੇਟੀ ਦੇ ਚੇਅਰਮੈਨ ਬਣੋ ਤੇ ਇਲੈਕਸ਼ਨਾਂ ਲੜਵਾਓ। ਤੇ ਨਾਲ ਦੀ ਨਾਲ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਦੀ ਤੁਸੀਂ ਜ਼ਿਕਰ ਕੀਤਾ, ਉਹ ਸੁਨੀਲ ਜਾਖੜ ਹੋਣਾ ਦੀ ਹੋਈ ਆ। ਸੁਨੀਲ ਜੀ ਜਾਖੜ ਨੇ ਜਿਸ ਤਰ੍ਹਾਂ 15 ਦਸੰਬਰ ਨੂੰ ਇੱਕ ਬੈਠਕ ਬੁਲਾ ਲਈ ਆ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ, ਇਹ ਆਪਣੇ ਆਪ 'ਚ ਦਰਸਾਉਂਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਬਿਲਕੁਲ ਮਨਾ ਲਿਆ ਗਿਆ। ਆਉਣ ਵਾਲੇ ਦਿਨਾਂ 'ਚ ਜਿਹੜੇ ਹੈ ਇਹ ਕਾਂਗਰਸ ਆਪਸ ਦੇ ਵਿੱਚ ਰਲ ਕੇ, ਜੋ ਮੈਨੂੰ ਲੱਗਦਾ, ਔਰ ਖਾਸ ਤੌਰ ਤੇ ਇਹਦੀ ਟਾਈਮਿੰਗ ਬੜੀ ਇੰਪੋਰਟੈਂਟ ਆ, ਕਿਉਂਕਿ ਤੁਸੀਂ ਗੱਲ ਕੀਤੀ ਹੈ ਕਿ ਅੱਜ ਕਿੱਲੀ ਚਾਲਾਂ ਦੇ ਵਿੱਚ ਉਹ ਵਿਸ਼ਾਲ ਰੈਲੀ ਹੈ ਜਿਹਦੀ ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰ ਰਿਹਾ ਕਿ ਅਸੀਂ ਬਹੁਤ ਭਾਰੀ ਇਕੱਠ ਕਰਾਂਗੇ। ਤੇ ਅੱਜ ਦੇ ਦਿਨ ਹੀ ਭਾਰਤੀ ਜਨਤਾ ਪਾਰਟੀ ਵੀ ਆਪਣਾ ਇੱਥੋਂ ਆਗਾਜ਼ ਕਰ ਰਹੀ ਆ ਚੋਣ ਪ੍ਰਚਾਰ ਦਾ। ਸੋ ਇਹਨਾਂ ਚੀਜ਼ਾਂ ਨੂੰ, ਸਾਰੀਆਂ ਡਿਵੈਲਪਮੈਂਟਸ ਨੂੰ ਦੇਖਦੇ ਹੋਏ ਕਾਂਗਰਸ ਦੀ ਲਿਸਟ ਆ ਜਾਣੀ ਔਰ ਕਾਂਗਰਸ ਦੇ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਦੇਣਾ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਬਾਕੀ ਸਾਰੇ ਵੀ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਤਮਾਮ ਹੋਰ ਲੀਡਰ ਹੋਣ, ਸਾਬਕਾ ਦੇ ਜਿਹੜੇ ਪ੍ਰਧਾਨ ਨੇ, ਚਾਹੇ ਉਹ ਲਾਲ ਸਿੰਘ ਨੇ, ਰਜਿੰਦਰ ਕੌਰ ਪੱਠਲ ਨੇ, ਹੰਸਪਾਲ ਹੰਸ ਨੇ, ਮਹਿੰਦਰ ਸਿੰਘ ਕੇਪੀ ਨੇ, ਇਹਨਾਂ ਸਾਰਿਆਂ ਨੂੰ ਵੀ ਵਿੱਚ ਲਿਆ ਕੇ ਤੇ ਹੋਰ ਤਮਾਮ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੂੰ ਵੀ ਵਿੱਚ ਲਿਆ ਕੇ ਉਸੇ ਤਰ੍ਹਾਂ ਇਸ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਆ। ਇਹ ਮਜ਼ਬੂਤ ਕਿੰਨਾ ਕੁ ਹੁੰਦਾ, ਟਿਕਟਾਂ ਦੀ ਵੰਡ ਜਿਹੜੀ ਆ ਉਹ ਕਿੰਨੀ ਕੁ ਸੌਖੀ ਹੁੰਦੀ ਆ, ਤੇ ਜਾਂ ਫਿਰ ਉਸ ਟਾਈਮ ਵਿਰੋਧਾਂ ਦੇ ਸਾਹਮਣਾ ਕਰਨਾ ਪਊਗਾ ਨਵਜੋਤ ਸਿੰਘ ਸਿੱਧੂ ਨੂੰ, ਇਹ ਤਾਂ ਖੈਰ ਹੋਣਾ ਹੀ ਆ, ਹਰੇਕ ਪਾਰਟੀ ਦੇ ਵਿੱਚ ਹੁੰਦਾ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਲਗਾਤਾਰ ਇੱਕ ਲੀਹ ਫੜੀ ਹੋਈ ਸੀ ਕਿ ਜਾਂ ਮਾਫੀਆ ਤੇ ਜਾਂ ਮੈਂ, ਉਸ ਲੀਹ ਤੇ ਉਹ ਕੰਮ ਕਰ ਰਹੇ ਸੀ। ਤੇ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਹੁਣ ਇੱਕ ਤਾਕਤ ਜ਼ਰੂਰ ਮਿਲੀ ਆ, ਜਿਸ ਦਾ ਮੈਨੂੰ ਲੱਗਦਾ ਜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਸੰਯਮ ਦੇ ਨਾਲ ਤੇ ਉਸ ਚੀਜ਼ ਨੂੰ ਆਪਣੀ ਚੰਗੀ ਮਨਸ਼ਾ ਦੇ ਨਾਲ ਉਹਦਾ ਇਸਤੇਮਾਲ ਕਰਨਗੇ ਤਾਂ ਕਾਂਗਰਸ ਜ਼ਰੂਰ ਆਪਣੇ ਆਪ ਨੂੰ ਹੋਰ ਸਟਰੈਂਥਨ ਕਰ ਸਕਦੀ ਹੈ। ਕਿਉਂਕਿ ਦੇਖੋ ਐਂਟੀ ਇਨਕੰਬੈਂਸੀ ਜਿਹੜੀ ਹੁੰਦੀ ਆ ਕਿਸੇ ਵੀ ਸਰਕਾਰ ਦੇ ਖਿਲਾਫ 5 ਸਾਲਾਂ ਬਾਅਦ, ਜਦੋਂ ਖਾਸ ਤੌਰ ਤੇ ਕੰਮ ਨਾ ਚੰਗੇ ਹੋਏ ਹੋਣ, ਉਹ ਹੁੰਦੀ ਆ। ਲੇਕਿਨ ਉਸ ਨਾਲ ਵੀ ਲੜਨਾ, ਵਿਰੋਧੀਆਂ ਪਾਰਟੀਆਂ ਨਾਲ ਵੀ ਲੜਨਾ, ਤੇ ਹੋਰ ਕਈ ਤਰ੍ਹਾਂ ਦੇ ਮਸਲੇ ਜਿਹੜੇ ਹੱਲ ਨਹੀਂ ਹੋਏ ਉਹਨਾਂ ਨਾਲ ਵੀ ਲੜਨਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਲੜਾਈ ਆ ਉਹ ਬਹੁਤ ਵੱਡੀ ਆ। ਦੇਖਦੇ ਆ ਜਿਹੜਾ ਇਕੱਠੇ ਹੋਏ ਆ ਦੁਬਾਰਾ ਉਹ ਕਿਸ ਤਰ੍ਹਾਂ ਕਿਸ ਦਿਸ਼ਾ ਵੱਲ ਜਾਂਦੇ ਆ। ਜੀ ਦੇਖੋ, ਜਦੋਂ ਅੱਜ ਇਹਨਾਂ ਨੇ ਨਾਲ ਹੀ ਜ਼ਿਲ੍ਹਾ ਕਮੇਟੀਆਂ ਵੀ ਅਨਾਉਂਸ ਕੀਤੀਆਂ ਨੇ, ਸਿੱਧੂ ਦੀ ਉਹ ਲਿਸਟ ਵੀ ਪ੍ਰਵਾਨ ਕਰ ਲਈ ਆ ਸੰਗਠਨ ਵਾਲੀ, ਸਿੱਧੂ ਨੂੰ ਮੰਨ ਤਾਂ ਉਹਨਾਂ ਨੇ ਲਿਆ ਹੀ ਹੈ ਕਿ ਹੁਣ ਲੜਨਾ ਹੀ ਪੈਣਾ, ਔਰ ਇਸ ਵਾਰੀ ਸਿੱਧੂ ਦੀ ਅਗਵਾਈ 'ਚ ਹੀ ਲੜਨਾ ਪੈਣਾ ਕਿਉਂਕਿ ਜੂਆ ਵੱਡਾ ਖੇਡਣਾ ਪੈ ਗਿਆ। ਇੱਕ ਹੋਰ ਪਹਿਲੂ ਤੁਹਾਨੂੰ ਯਾਦ ਹੈ, ਸਭ ਤੋਂ ਪਹਿਲਾਂ ਬੀਜੇਪੀ ਨੇ ਦਲਿਤ ਪੱਤਾ, ਅਨੁਸੂਚਿਤ ਜਾਤੀਆਂ ਦੇ ਵਿੱਚੋਂ ਚਿਹਰਾ ਅੱਗੇ ਵਧਾਉਣ ਦੀ ਗੱਲ ਕੀਤੀ ਸੀਗੀ। ਉਸ ਤੋਂ ਬਾਅਦ ਅਕਾਲੀ ਦਲ ਉਸੇ ਗੱਲ ਨੂੰ ਅੱਗੇ ਵਧਾ ਗਿਆ। ਜਲੰਧਰ 'ਚ ਅੰਬੇਡਕਰ ਸਾਹਿਬ ਦੇ ਬੁੱਤ ਦੇ ਉੱਤੇ ਹਾਰ ਪਾਉਂਦਿਆਂ ਸੁਖਬੀਰ ਨੇ ਕਿਹਾ ਸੀ ਵੀ ਡਿਪਟੀ ਸੀਐਮ ਕਈ ਮਹੀਨੇ ਪਹਿਲਾਂ ਉਹ ਇੱਕ ਅਨੁਸੂਚਿਤ ਜਾਤੀਆਂ 'ਚੋਂ ਚਿਹਰਾ ਹੋਏਗਾ। ਲੇਕਿਨ ਉਸੇ ਵੇਲੇ ਕਾਂਗਰਸ ਵੱਡਾ ਪੱਤਾ ਖੇਡ ਗਈ ਤੇ ਉਹਨਾਂ ਨੇ ਇੱਕ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਆਉਂਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਤਾ। ਤੇ ਐਤਕੀ ਵੀ ਉਹੀ ਹੋਇਆ ਵੀ ਸਾਰਿਆਂ ਨੇ ਅੱਜ ਤਾਲ ਠੋਕਣੀ ਸੀ, ਉਹਨਾਂ ਰਾਤੀ ਠੋਕਦੀ ਇੱਕ ਦਿਨ ਪਹਿਲਾਂ ਹੀ। ਯਾਰ ਇਹਦਾ ਫਾਇਦਾ ਕਿੰਨਾ ਹੁੰਦਾ ਇਹਦਾ ਤਾਂ ਦੇਖਣਾ ਹੈ, ਲੇਕਿਨ ਅੱਜ ਪੂਰਾ ਗਹਿਮਾ ਗਹਿਮੀ ਵਾਲਾ ਦਿਨ ਆ। ਤੇ ਜੇ ਇਹਦੇ ਵਿੱਚ, ਹਾਲਾਂਕਿ ਔਖੀ ਗੱਲ ਆ, ਜਿੱਦਾਂ ਪ੍ਰਤਾਪ ਸਿੰਘ ਬਾਜਵਾ ਵਿੱਚ ਕਮੇਟੀ 'ਚ ਨੇ ਤੇ ਉਹਨਾਂ ਨੇ ਆਪਣੀ ਇਹੀ ਚੋਣ ਕਮੇਟੀ ਆ ਜਿਹਨੇ ਨਾ ਅੱਗੇ ਸਕਰੀਨਿੰਗ ਕਮੇਟੀ ਨੂੰ ਭੇਜਣੇ ਆ ਉਮੀਦਵਾਰਾਂ ਦੇ, ਤੇ ਕੁਦਰਤੀ ਫਤਿਹਜੰਗ ਸਿੰਘ ਬਾਜਵਾ ਹੁਣਾਂ ਨੂੰ ਤੇ ਅੱਜ ਪਰੇਸ਼ਾਨੀ ਹੋਈ ਹੋਊਗੀ। ਏਦਾਂ ਦੇ ਬੜੀਆਂ ਪਰੇਸ਼ਾਨੀਆਂ ਅੱਗੇ ਜਾ ਕੇ ਵਧਣਗੀਆਂ। ਫੈਸਲੇ ਤਾਂ ਲਗਭਗ ਹੋ ਹੀ ਚੁੱਕੇ ਆ ਵੀ ਅਗਲੀ ਟੀਮ ਕਿਹੜੀ ਹੋਣੀ ਹੈ। ਜੇ ਭੱਠਲ ਬੀਬੀ ਜੀ ਆਪ ਲੜਦੇ ਆ, ਕਾਂਗਰਸ ਦੀ ਸਰਕਾਰ ਬਣਦੀ, 17 ਬੰਦੇ ਤਾਂ ਫਿਰ ਤੈਅ ਹੀ ਹੋ ਗਏ ਕਿ ਵਜ਼ੀਰ ਵੀ ਕਿਹੜੇ ਬਣਨੇ, ਬਾਕੀ ਤਾਂ ਐਮਐਲਏ ਬਣਨ ਦੀ ਲੜਾਈ ਹੁਣ ਲੜ ਲੈਣ। ਜੇ ਸਰਕਾਰ ਬਣਦੀ ਆ ਜਿਹੜੀ ਕਿ ਔਖੀ ਹੁੰਦੀ ਆ, ਸੌਖਾ ਨਹੀਂ ਹੁੰਦਾ ਕਿਸੇ ਵੀ ਗੱਲ ਨੂੰ ਤੁਸੀਂ ਪਹਿਲਾਂ ਕਹਿ ਸਕੋ। ਅਕਾਲੀ ਦਲ ਦੀ ਜਿਹੜੀ ਰੈਲੀ ਉਹਦੇ ਤੇ ਛੋਟੀ ਟਿੱਪਣੀ ਮੈਂ ਤੁਹਾਡੇ ਤੋਂ ਚਾਹੁੰਦਾ, ਕਿਉਂਕਿ ਥੋੜੀ ਦੇਰ ਬਾਅਦ ਹੀ ਉਹ ਇਕੱਠ ਨੇ ਸਾਫ਼ ਕਰਨਾ ਹੈ, ਉੱਥੋਂ ਹੁੰਦੇ ਐਲਾਨਾਂ ਨੇ ਸਾਫ਼ ਕਰਨਾ। ਲੀਡਰਸ਼ਿਪ ਜਿਹੜੀ ਸਟੇਜ ਤੇ ਬੈਠੀ ਹੋਊਗੀ ਉਹਦੇ ਬੈਠਣ ਦੇ ਤੌਰ ਤਰੀਕਿਆਂ ਤੇ ਬੋਲਣ ਦੀ ਜਿਹੜੀ ਸੀਕੁਐਂਸ ਹੁੰਦੀ ਆ, ਉਹਨੇ ਵੀ ਕਈ ਚੀਜ਼ਾਂ ਨੂੰ ਕਲੀਅਰ ਕਰਨਾ ਹੁੰਦਾ। ਅਕਾਲੀ ਦਲ ਆਪਣਾ ਕਿਹੜਾ ਪੈਂਤੜਾ ਵੱਡਾ ਅਖਤਿਆਰ ਕਰੇਗਾ ਜਾਂ ਰਵਾਇਤੀ ਭਾਸ਼ਣ ਹੋਣ ਤੋਂ ਬਾਅਦ ਗੱਲ ਮੁੱਕ ਜੂਗੀ। ਵੱਡੇ ਬਾਦਲ ਸਾਹਿਬ ਦਾ ਕੀ ਰੋਲ ਰਹਿਣ ਵਾਲਾ ਇਹ ਵੀ ਸਾਫ਼ ਹੋਣ ਲੱਗਿਆ, ਤੇ ਉਹਨਾਂ ਦੀ ਦੇਸ਼ ਦੀ ਰਾਜਨੀਤੀ ਵਿੱਚ ਵੀ ਕੋਈ ਅੱਗੇ ਨਾਲੋਂ ਸੁਰ ਬਦਲੀ ਹੈ ਜਾਂ ਪੰਥਕ ਜੋ ਉਹਨਾਂ ਦੀ ਸਮਝ ਆਓ ਕਿਹੋ ਜਿਹੀ ਹੈ, ਇਹ ਵੀ ਅੱਜ ਕਾਫੀ ਚੀਜ਼ਾਂ ਫਾਈਨਲ ਹੋਣਗੀਆਂ। ਕਿਉਂਕਿ ਉਹ ਆਪਣੇ ਸਾਹਮਣੇ ਬੈਠੇ ਹਜ਼ਾਰਾਂ ਲੋਕਾਂ ਨੂੰ ਸੁਣਾਉਣ ਦੇ ਨਾਲ ਨਾਲ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਵੀ ਸੁਣਾ ਰਹੇ ਹੋਣਗੇ ਤੇ ਪੰਜਾਬੀਆਂ ਨੂੰ ਵੀ ਸੁਣਾ ਰਹੇ ਹੋਣਗੇ। ਸੁਣਾਂਗੇ ਔਰ ਅਰਥ ਕੱਢਣ ਦੀ ਕੋਸ਼ਿਸ਼ ਵੀ ਕਰਾਂਗੇ। ਪਰ ਜੇ ਬਸਪਾ ਪ੍ਰਮੁੱਖ ਅੱਜ ਨਹੀਂ ਆਉਂਦੇ ਤਾਂ ਇਹਨੂੰ ਅਕਾਲੀ ਦਲ ਦੀ ਕਮਜ਼ੋਰੀ ਮੰਨ ਲਿਆ ਜਾਵੇ। ਇਹ ਉਹਨਾਂ ਦੀ ਸਿੱਧੀ ਅਣਦੇਖੀ ਆ ਅਕਾਲੀਆਂ ਦੀ, ਬਸਪਾ ਦੀ ਸੁਪਰੀਮੋ ਵੱਲੋਂ। ਇਹ ਬੜਾ ਵੱਡਾ ਸਵਾਲ ਆ ਕਿਉਂਕਿ ਇਹਨਾਂ ਮੰਚਾਂ ਤੋਂ ਵੱਡੇ ਲੋਕ ਹਾਜ਼ਰ ਹੁੰਦੇ ਰਹੇ ਆ ਪਹਿਲਾਂ।
ਜੀ ਰੰਧਾਵਾ ਜੀ, ਬਹੁਤ ਹੀ ਤੁਸੀਂ ਅਹਿਮ ਜਿਹੜਾ ਇਹ ਮੁੱਦਾ ਚੁੱਕਿਆ ਕਿ ਜਿਹੜੇ ਮਾਇਆਵਤੀ ਆ, ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਨੇ ਮਾਇਆਵਤੀ, ਉਹ ਇਸ ਟਾਈਮ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਮਸਰੂਫ ਜ਼ਰੂਰ ਹੋਣਗੇ, ਕਿਉਂਕਿ ਉੱਤਰ ਪ੍ਰਦੇਸ਼ ਜਿਹੜਾ ਹੈ ਉਹ ਬਹੁਤ ਵੱਡਾ ਸੂਬਾ, 403 ਸੀਟਾਂ, ਤੇ ਸਾਡੇ ਸੂਬੇ ਦੀਆਂ ਪੰਜਾਬ ਦੀਆਂ 117 ਸੀਟਾਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਵੱਡੀਆਂ ਚੋਣਾਂ। ਦੂਸਰੇ ਪਾਸੇ ਜੇ ਅੱਜ ਉਹ ਨਹੀਂ ਆਉਂਦੇ, ਜਾਂ ਉਹਨਾਂ ਦਾ ਸਿਰਫ ਇੱਕ ਆਡੀਓ ਜਾਂ ਵੀਡੀਓ ਜਿਹੜਾ ਮੈਸੇਜ ਆ ਜਾਂ ਸਪੀਚ ਆ, ਭਾਸ਼ਣ ਆ ਸੁਣਾਇਆ ਜਾਂਦਾ, ਇਹਦੇ ਨਾਲ ਬਿਲਕੁਲ ਤੁਹਾਡੀ ਗੱਲ, ਮੈਂ ਬਿਲਕੁਲ ਤੁਹਾਡੇ ਨਾਲ ਇਤਫਾਕ ਰੱਖਦਾ ਕਿ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਕੱਦ ਘਟਿਆ, ਤੇ ਜਾਂ ਬਹੁਜਨ ਸਮਾਜ ਪਾਰਟੀ ਦਾ ਕੱਦ ਕੀ ਗੱਲ ਹੋ ਗਈ, ਇੰਨਾ ਵੱਧ ਗਿਆ। ਕਿਉਂਕਿ 97 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਲੜ ਰਹੀ ਹੈ, 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਉਹ ਕੰਟੈਸਟ ਕਰੇਗੀ। ਆਪਸ ਦੇ ਵਿੱਚ ਪਹਿਲੀ ਵਾਰੀ ਬੜੀ ਦੇਰ ਬਾਅਦ ਗੱਠਜੋੜ ਹੋਇਆ, ਲੇਕਿਨ ਉੱਥੇ ਮਾਇਆਵਤੀ ਦਾ ਉਸ ਵੱਡੀ ਰੈਲੀ ਤੋਂ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਤਰ੍ਹਾਂ ਜੇ ਆਪਾਂ ਦੇਖੀਏ ਦੂਸਰੇ ਸ਼ਬਦ ਕਹਿੰਦੇ ਰੀਲਾਂਚ ਕਰਨਗੇ, ਦੁਬਾਰਾ ਉਹਨਾਂ ਨੂੰ ਸੱਤਾ ਦੇ ਵਿੱਚ ਪ੍ਰਵੇਸ਼ ਉਹਨਾਂ ਦਾ ਕਰਵਾਇਆ ਜਾ ਰਿਹਾ, ਜਿਹੜਾ ਨੇ ਹੁਣੇ 94ਵਾਂ ਆਪਣਾ ਵਰ੍ਹਾ ਪੂਰਾ ਕੀਤਾ ਤੇ 95 ਵਰ੍ਹਿਆਂ ਦੇ ਵਿੱਚ ਉਹ ਦਾਖਲ ਹੋਏ ਆ। ਇਸ ਮੋੜ ਤੇ ਆਪਣੀ ਜ਼ਿੰਦਗੀ ਤੇ ਉਹਨਾਂ ਨੂੰ ਇਸ ਮਰਹਲੇ ਦੇ ਵਿੱਚ ਫਿਰ ਦੁਬਾਰਾ ਉਹਨਾਂ ਨੂੰ ਆਉਣਾ ਪਿਆ। ਲੇਕਿਨ ਨਾਲ ਦੀ ਨਾਲ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਸਾਰਿਆਂ ਦੀਆਂ ਜਿਹੜੀਆਂ ਨਜ਼ਰਾਂ ਇਸ ਰੈਲੀ ਤੇ ਰਹਿਣਗੀਆਂ। ਕਿੰਨਾ ਇਕੱਠ ਹੁੰਦਾ, ਇਕੱਠ ਕਿੰਨਾ ਰਿਸਪੌਂਸ ਦਿੰਦਾ, ਕਿੰਨਾ ਉਹਨਾਂ ਦੇ ਵਿੱਚ ਜੋਸ਼ ਹੁੰਦਾ, ਹੁੰਗਾਰਾ ਕਿੰਨਾ ਭਰਦੇ ਆ, ਇਹ ਸਾਰੀਆਂ ਚੀਜ਼ਾਂ, ਬਾਡੀ ਲੈਂਗੁਏਜ ਆ, ਜਿਹੜੇ ਆਉਂਦੇ ਨੇ ਜਾਂਦੇ ਨੇ ਕਿਸ ਤਰ੍ਹਾਂ, ਸਭ ਤੇ ਨਜ਼ਰ ਰਹੇਗੀ। ਪਰ ਜਿਹੜੇ ਸਟੇਜ ਤੇ ਲੋਕੀ ਹੋਣਗੇ, ਕਿਉਂਕਿ ਚੰਦਰ ਬਾਬੂ ਨਾਇਡੂ ਉਹਨਾਂ ਦੀ ਵੀ ਗੱਲਾਂ ਹੋ ਰਹੀਆਂ ਸੀ, ਓਮ ਪ੍ਰਕਾਸ਼ ਚੌਟਾਲਾ ਦੇ ਤੇ ਹੋ ਹੀ ਰਹੀਆਂ ਸੀ, ਉਹ ਤਾਂ ਪਹਿਲਾਂ ਵੀ ਕਈ ਵਾਰੀ ਮਿਲ ਚੁੱਕੇ, ਤੇ ਖੈਰ ਉਹ ਤਾਂ ਨਜ਼ਰ ਆ ਹੀ ਜਾਣਗੇ। ਲੇਕਿਨ ਜੇ ਮਾਇਆਵਤੀ ਨਹੀਂ ਆਉਂਦੇ ਤੇ ਇਸ ਗੱਲ ਦਾ ਜ਼ਰੂਰ ਕਿਤੇ ਨਾ ਕਿਤੇ ਅਸਰ ਜ਼ਰੂਰ ਪਏਗਾ। ਹਾਲਾਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਉਹਨਾਂ ਦੇ ਭਾਈਵਾਲ ਨੇ, ਉਹ ਜ਼ਰੂਰ ਇਸ ਗੱਲ ਨੂੰ ਅੰਡਰ ਪਲੇ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਕਹਿਣਗੇ ਕੋਈ ਗੱਲ ਨਹੀਂ, ਉਹ ਤਾਂ ਉੱਥੇ ਬਹੁਤ ਮਸਰੂਫ ਆ। ਜੀ ਰੰਧਾਵਾ ਜੀ, ਅੰਦਰ ਮਨ ਤੇ ਅਸਰ ਤਾਂ ਹੁੰਦਾ ਹੀ ਆ, ਸਫਾਈਆਂ ਜੋ ਮਰਜ਼ੀ ਦਈਏ, ਅੰਦਰ ਵੱਟ ਤੇ ਪੂਰਾ ਚੜਦਾ ਕਿ ਅਸੀਂ ਤੁਹਾਡੇ 'ਚ ਜਾਨ ਪਾਤੀ, ਤੁਹਾਡੇ ਤੋਂ ਆਸ ਕਰਦੇ ਹਾਂ, ਸਾਨੂੰ ਮਾੜਾ ਮੋਟਾ ਆਸਰਾ ਦਿਓ, ਜਦੋਂ ਲੋੜ ਪਈ ਉਦੋਂ ਤੁਸੀਂ ਉਤਰੇ ਹੀ ਨਾ ਥੱਲੇ। ਮੈਨੂੰ ਇਹਦੇ 'ਚ ਇੱਕ ਚੀਜ਼ ਹੋਰ ਨਜ਼ਰ ਆਉਂਦੀ, ਜਿਹੜੀ ਮੈਂ ਜ਼ਰੂਰ ਡਿਸਕਸ ਕਰਨਾ ਚਾਹੂੰਗਾ, ਕਿ ਇਹ ਮੌਕਾ ਮੇਲ ਵੀ ਹੈ ਜਿਹੜੇ ਬੇਅਦਬੀ ਮਾਮਲਿਆਂ ਨੇ ਅਕਾਲੀ ਦਲ ਨੂੰ 2017 'ਚ ਸੱਤਾ ਤੋਂ ਉਤਾਰਿਆ ਹੀ ਨਹੀਂ, ਉਹਨਾਂ ਨੂੰ ਬਹੁਤ ਸੀਮਤ ਵੀ ਕੀਤਾ। ਉਹਨਾਂ ਨੂੰ ਬਹੁਤ ਸੀਮਤ ਕੀਤਾ ਵੀ ਤੁਸੀਂ ਇੰਨੀਆਂ ਸੀਟਾਂ ਲੜ ਕੇ ਸਿਰਫ 15 ਸੀਟਾਂ ਹਾਸਲ ਕਰ ਸਕੋ। ਉਹੀ ਅਕਾਲੀ ਦਲ ਜਦੋਂ ਅੱਜ ਕਿੱਲੀ ਚਾਲਾਂ 'ਚ ਗਰਜੇਗਾ ਤਾਂ ਇੱਕ SIT ਦੀ ਟੀਮ ਸਨਾਰੀਆ ਜੇਲ੍ਹ ਦੇ ਵਿੱਚ ਸਿਰਸੇ ਵਾਲੇ ਸਾਧ ਤੋਂ ਪੁੱਛਗਿੱਛ ਕਰ ਰਹੀ ਹੋਊਗੀ। ਇਹਦੇ ਤੇ ਵੀ ਟਿੱਪਣੀ ਜ਼ਰੂਰ ਦਿਓ ਸੰਖੇਪ 'ਚ। ਬਿਲਕੁਲ ਇਹੀ ਗੱਲ ਹੈ। ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹੀ ਜਿਹੜੀ IG ਪਰਮਾਰ ਸਾਹਿਬ ਨੇ, ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਜਾਵੇ, ਲੇਕਿਨ ਵਿਪਾਸਨਾ ਇੰਸਾ ਉਹ ਇਹਨਾਂ ਨੂੰ ਮਿਲਦੇ ਨਹੀਂ, ਤੇ ਫਿਰ ਡਾਕਟਰ PR ਨੈਣ ਦੀ ਜਿਹੜੀ ਆ ਉਹਨਾਂ ਤੋਂ ਪੁੱਛਗਿੱਛ ਹੁੰਦੀ ਆ, ਉਹਨਾਂ ਤੋਂ ਕੁਝ ਸਵਾਲ ਪੁੱਛੇ ਜਾਂਦੇ ਆ। ਹੁਣ ਇਹ ਕਹਿੰਦੀ ਹੈ ਜਿਹੜੀ SIT ਆ, ਉਹ ਕਹਿੰਦੀ ਸਾਨੂੰ ਕੁਝ ਅਹਿਮ ਜਿਹੜੇ ਆ ਹੋਰ ਸਬੂਤ ਮਿਲੇ ਨੇ, ਜਾਂ ਸਾਨੂੰ ਇਸ ਤਰ੍ਹਾਂ ਦੇ ਕੁਝ ਪਹਿਲੂ ਮਿਲੇ ਨੇ, ਅਸੀਂ ਦੁਬਾਰਾ ਜਾ ਕੇ ਗੁਰਮੀਤ ਰਾਮ ਰਹੀਮ ਹੋਣਾ ਦੀ ਜਾ ਕੇ ਪੁੱਛਗਿੱਛ ਕਰਨੀ ਆ। ਦੇਖਦੇ ਆ, ਕਿਉਂਕਿ ਪਹਿਲਾਂ ਵੀ ਉਹ ਪੁੱਛਗਿੱਛ ਕਰ ਸਕਿਆ, ਉਸ ਤੋਂ ਬਾਅਦ ਇਹਨਾਂ ਨੂੰ ਕੁਝ ਕਲੂ ਮਿਲੇ ਸੀ, ਇਹਨਾਂ ਦੇ ਇੱਧਰ ਪੁੱਛਗਿੱਛ ਕਰਨ ਆਏ ਆ। ਹੁਣ ਲੱਗਦਾ ਕਿ ਦੁਬਾਰਾ ਹੋਏਗੀ, ਦੇਖਦੇ ਆ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਦੇ ਵਿੱਚ ਉਹਨਾਂ ਨੂੰ ਕੀ ਮਿਲਦਾ, ਬਿਕੋਜ਼ ਇਸ ਤੇ ਨਜ਼ਰਾਂ ਲੱਗੀਆਂ, ਵਕੀਲ 24 ਘੰਟੇ ਨਾਲ ਰਹਿੰਦੇ ਨੇ, ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਪਾ ਸਕਦੇ, ਨਾ ਮੈਂਟਲ ਨਾ ਫਿਜ਼ੀਕਲ ਪ੍ਰੈਸ਼ਰ। ਸੋ ਇਸ ਕਰਕੇ ਜਿੰਨੀ ਦੇਰ ਤੱਕ ਇਹ ਸਬੂਤਾਂ ਦੇ ਆਧਾਰ ਤੇ ਕੋਈ ਤੱਥ ਨਹੀਂ ਪੇਸ਼ ਕਰਦੇ, ਉਨੀ ਦੇਰ ਤੱਕ ਇਹ ਜਾਂਚ ਅੱਗੇ ਨਹੀਂ ਵਧਣੀ, ਤੇ ਫਿਰ ਚੋਣਾਂ ਤਾਂ ਸਿਰ ਤੇ ਖੜੀਆਂ। ਪ੍ਰੈਸ਼ਰ SIT ਤੇ ਵੀ ਬਹੁਤ ਆ, ਤੇ ਪ੍ਰੈਸ਼ਰ ਉਹਨਾਂ ਤੇ ਵੀ, ਲੋਕਾਂ ਤੇ ਵੀ ਬਹੁਤ ਆ, ਜਿਹੜੇ ਇਸ ਕੇਸ ਚੋਂ ਕੁਝ ਕੱਢਣਾ ਪਾਉਣਾ ਚਾਹੁੰਦੇ ਆ। ਲੇਕਿਨ ਸਮੇਂ ਦੀ ਘਾਟ ਆ, ਸਮਾਂ ਪੂਰਾ ਹੋ ਗਿਆ। ਜੇ ਵਕਤ ਸਿਰ ਰਹਿੰਦੇ ਇਸ ਚੀਜ਼ ਦਾ ਕੋਈ ਹੱਲ ਕੱਢਿਆ ਜਾਂਦਾ, ਤੇ ਸ਼ਾਇਦ ਲੋਕਾਂ ਨੂੰ ਕੋਈ ਰਿਜ਼ਲਟ ਵੇਖਣ ਨੂੰ ਮਿਲਦਾ। ਜੀ ਰੰਧਾਵਾ ਜੀ, ਆਖਰੀ ਸਵਾਲ, ਜੇ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀਮਤੀ ਸੋਨੀਆ ਗਾਂਧੀ ਕਿਸੇ ਮਾਮਲੇ ਨੂੰ ਉਠਾ ਰਹੇ ਨੇ, ਤਾਂ ਇਹਦਾ ਮਤਲਬ ਉਹ ਮਾਮਲਾ ਸੰਗੀਨ ਹੈ। CBSE ਦੀ 10ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਜਿਹੜੇ ਕਿਸੇ ਸਵਾਲ ਨੂੰ ਲੈ ਕੇ ਸਭ ਤੋਂ ਰੌਲਾ ਪੈਂਦਾ ਰਿਹਾ, ਉਹਦੇ ਤੇ ਵੀ ਬਹੁਤ ਅੱਧੇ ਕੁ ਮਿੰਟ 'ਚ ਆਪਣੀ ਟਿੱਪਣੀ ਦੇ ਦਿਓ ਕਿ ਮਾਮਲਾ ਹੈ ਕੀ। CBSE ਦਾ 10ਵੀਂ ਕਲਾਸ ਦਾ ਪੇਪਰ ਸੀ, ਅੰਗਰੇਜ਼ੀ ਦਾ ਪੇਪਰ ਸੀ। ਉਹ 'ਚ ਇੱਕ ਪੈਰਾ ਹੁੰਦਾ ਕੰਪਰੀਹੈਂਸਿਵ ਪੈਰਾ, ਉਹਦੇ ਤੇ ਥੱਲੇ ਕਈ ਤਰ੍ਹਾਂ ਦੇ ਜਵਾਬ ਹੁੰਦੇ ਆ। ਉਹ ਜਵਾਬ ਦੇ ਜਿਹੜੇ ਆ, ਉਹ ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ। ਦਰਅਸਲ ਇਸ ਪੈਰੇ ਦੇ ਵਿੱਚ ਔਰਤਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਕਿ ਖਾਸ ਤੌਰ ਤੇ ਜਿਹੜੀਆਂ ਔਰਤਾਂ ਵਿਆਹੀਆਂ ਜਾਂਦੀਆਂ, ਉਹ ਕਹਿੰਦੇ ਜਿਹੜੀਆਂ ਕੰਮਕਾਰ ਕਰਨ ਲੱਗ ਜਾਂਦੀਆਂ ਜਾਂ ਇਹਨਾਂ ਪ੍ਰੋਫੈਸ਼ਨਲ 'ਚ ਬਣ ਜਾਂਦੀਆਂ, ਕਹਿੰਦੇ ਉਹ ਆਪਣੇ ਬੱਚਿਆਂ ਦਾ ਧਿਆਨ ਜਿਹੜਾ ਉਹ ਘੱਟ ਕਰਨ ਲੱਗ ਜਾਂਦੀਆਂ। ਸਾਨੂੰ ਪੁਰਾਣੀ ਸੱਤਾ ਵੱਲ, ਜਾਂ ਜਿਹੜਾ ਪੁਰਾਣਾ ਸਾਡਾ ਕਲਚਰ ਆ, ਸੱਭਿਅਤਾ,
ਉਸ ਵੱਲ ਵਧਣਾ ਚਾਹੀਦਾ। ਫਿਰ ਉਹ ਕਹਿੰਦੇ ਆ ਕਿ ਔਰਤ ਨੂੰ ਆਪਣੇ ਜਿਹੜੇ ਹਸਬੈਂਡ ਦੇ ਉਹਨਾਂ ਦੇ ਅਧਿਕਾਰ ਦੇ ਵਿੱਚ ਹੀ ਜਾਂ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ, ਤਾਂ ਹੀ ਉਹ ਜਿਹੜੇ ਸਾਡਾ ਬੱਚੇ ਆ ਉਹ ਵਧੀਆ ਰਹਿਣਗੇ। ਇਸ ਤਰ੍ਹਾਂ ਦੀਆਂ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਹੜੀਆਂ ਵਾਕਿਆ ਸ਼ੋਭਾ ਨਹੀਂ ਦਿੰਦੀਆਂ। ਇਸੇ ਚੀਜ਼ ਨੂੰ ਸੋਨੀਆ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਚੱਕਿਆ। ਉਹਨਾਂ ਨੇ ਕਿਹਾ ਇਹ ਬਿਲਕੁਲ ਔਰਤਾਂ ਦੀ ਇਨਸਲਟ ਆ, ਕਿਉਂਕਿ ਇੱਕ ਪਾਸੇ ਮੈਂ ਜਾਂਦੇ ਜਾਂਦੇ ਇਹ ਵੀ ਗੱਲਾਂ ਅਸੀਂ ਹਰਨਾਜ਼ ਕੌਰ ਸੰਧੂ ਦੀ ਗੱਲ ਕਰਦੇ ਹਾਂ, ਤੇ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਵਾਕਈ ਸ਼ਰਮਸਾਰ ਗੱਲਾਂ ਨੇ। CBSE ਨੇ ਇਸ ਤੇ ਮਾਫੀ ਵੀ ਮੰਗੀ ਹੈ। ਉਹਨਾਂ ਨੇ ਕਿਹਾ ਅਸੀਂ ਵਾਪਸ ਲੈਂਦੇ ਹਾਂ, ਤੇ ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਨੂੰ ਪੂਰੇ ਦੇ ਪੂਰੇ ਨੰਬਰ ਮਿਲਣਗੇ। ਲੇਕਿਨ ਇਹ ਵਾਕਿਆ ਚਿੰਤਾ ਦੀ ਗੱਲ ਹੈ ਕਿ ਔਰਤਾਂ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ, ਖਾਸ ਤੌਰ ਤੇ ਉਸ ਵੇਲੇ ਜਦੋਂ ਉਹ ਬਹੁਤ ਅੱਗੇ ਵੱਧ ਰਹੀਆਂ ਹੋਣ। ਜੀ ਰੰਧਾਵਾ ਜੀ। ਗੱਲ ਇਹ ਵੀ ਅੰਗਰੇਜ਼ੀ ਦੇ ਪੇਪਰ ਨੇ ਸਾਰੀ ਉਮਰ ਮੈਨੂੰ ਮੁਸ਼ਕਲ ਚ ਪਾ ਛੜਿਆ, ਤੇ ਹੁਣ ਸਿਆਸਤ ਨੂੰ ਮੁਸ਼ਕਲ ਚ ਪਾ ਲਿਆ। ਇਹ ਪੇਪਰਾਂ ਦਾ ਸਵਾਲ ਹੀ ਔਖਾ। ਸਾਰੀ ਉਮਰ ਬੰਦਾ ਪ੍ਰੀਖਿਆ ਚ ਹੀ ਰਹਿੰਦਾ ਹੈ, ਹਰ ਦਿਨ ਇੱਕ ਨਵੀਂ ਪ੍ਰੀਖਿਆ ਲੈ ਕੇ ਆਉਂਦਾ, ਤੇ ਬੰਦੇ ਦਾ ਕੰਮ ਵੀ ਪ੍ਰੀਖਿਆਵਾਂ ਚੋਂ ਸਾਬਤ ਕਦਮੀ ਨਿਕਲਣਾ ਹੁੰਦਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।